पंथ पैरों उखड़ गए। सरकारां बनाउणियां जरूरी हुंदियां पर जे वो सरकारां पंजाब नूं समर्पित होण, पंथ नूं समर्पित होण जां उस समय दौरान जो जुल्म होया जी ਉਹਦਾ ਨਿਆਂ ਕਰਨ ਵਾਲੇ ਪਾਸੇ ਤੁਰਦੀਆਂ ਜੀ। ਕੋਈ ਸਰਕਾਰ 15 ਸਾਲ ਅਕਾਲੀਆਂ ਦੀ ਰਹੀ ਆ, ਕਾਂਗਰਸ ਦੀਆਂ ਰਹੀਆਂ ਨੇ, ਉਹਨਾਂ ਮਸਲੇ ਨੂੰ ਹੱਲ ਕਰਨ ਵਾਲੇ ਪਾਸੇ ਕੋਈ ਨਹੀਂ ਤੁਰੀ। ਆ ਜਿਹੜਾ ਚਿੱਟਾ ਹਾਥੀ ਬੰਨ ਰੱਖਿਆ ਪੋਲਿਊਸ਼ਨ ਕੰਟਰੋਲ ਬੋਰਡ, ਇਹਦੀ ਕਾਰਗੁਜ਼ਾਰੀ ਕੀ ਆ ਹੁਣ ਤੱਕ? ਤੁਸੀਂ ਕਹੋ ਵੀ ਜਿੰਨੀਆਂ ਪੰਜਾਬ ਦੇ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੀਆਂ ਚੀਜ਼ਾਂ ਨੇ, ਕਾਰਖਾਨੇ ਨੇ, ਹੋਰ ਨੇ, ਸਾਰਿਆਂ ਦੀ ਜਾਂਚ ਕਰੋ ਇੱਕ ਵਾਰ। ਜੇ ਪੋਲਿਊਸ਼ਨ ਕੰਟਰੋਲ ਬੋਰਡ ਇਹ ਕਹਿੰਦਾ ਸਾਰਾ ਕੁਝ ਕੰਟਰੋਲ 'ਚ ਆ, ਫਿਰ ਇਹ ਸਾਰੀ ਤਬਾਹੀ ਕਿਉਂ ਮਚ ਰਹੀ? ਹੁਣ ਤੱਕ ਨਾ ਬਰਗਾੜੀ ਤੇ, ਨਾ ਬਹਿਬਲ ਤੇ ਨਾ ਕੋਟਕਪੂਰੇ ਮੋਰਚੇ ਤੇ ਇਨਸਾਫ ਦੀ ਸਿਆਸਤ ਨਹੀਂ ਕੀਤੀ ਗਈ। ਅਣਪਛਾਤੀ ਪੁਲਿਸ ਬਣਾਈ ਜਿਨ੍ਹਾਂ ਨੇ, ਉਹ ਕੌਣ ਸੀ? ਉਹਨਾਂ ਨੂੰ ਸਜ਼ਾ ਦਿਓ। ਤੁਸੀਂ ਡੀਜੀਪੀ ਲਾਇਆ ਅਕਾਲੀਆਂ ਨੇ, ਜਿਹੜਾ ਨਾਮੀ ਸੀ ਕਾਤਲ ਪੰਜਾਬ ਦੇ ਵਿੱਚ, ਸੈਣੀ ਸੁਮੇਧ ਸਿੰਘ, ਉਹਦੇ ਸ਼ਿਕਾਰੀਆਂ ਨੇ ਮਾਰਤੇ ਮੁੰਡੇ ਵੀ। ਸਾਡਾ ਕੌਣ ਕੀ ਕਰ ਲੂ? ਭਾਈ ਗੁਰਦੇਵ ਸਿੰਘ ਕੌਂਕੇ ਅਕਾਲ ਤਖਤ ਦਾ ਜਥੇਦਾਰ ਫੜ ਕੇ ਮਾਰਤਾ ਤੇ ਜਾਂਚ ਰਿਪੋਰਟ ਨੇ ਐ ਨਕਾਰ ਕੇ ਰੱਖਤਾ ਕਿੱਥੋਂ ਫੜਿਆ, ਕਿਵੇਂ ਤਸ਼ੱਦਦ ਹੋਇਆ, ਕਿੱਥੇ ਉਹਦੀ ਲਾਸ਼ ਖਪਾਈ। ਅਕਾਲੀ ਸਰਕਾਰ ਵੇਲੇ ਜਾਂਚ ਪੂਰੀ ਹੋ ਗਈ। ਇਹ ਜਿਹੜਾ ਮੋਰਚਾ, ਇਹਦੀ ਲੀਡਰਸ਼ਿਪ ਉਨੀ ਸਮਝਦਾਰ, ਸਪਸ਼ਟ ਤੇ ਦ੍ਰਿੜ ਨਹੀਂ ਦਿਖਾਈ ਦੇ ਰਹੀ ਮੈਨੂੰ, ਜਿਹਦੇ ਕਰਕੇ ਜਿਹੜੀਆਂ ਦੂਜੀਆਂ ਤਾਕਤਾਂ ਨੇ, ਬਾਵਜੂਦ ਹਵਾਰਾ ਸਾਹਿਬ ਦੀ ਚਿੱਠੀ ਦੇ, ਬਾਵਜੂਦ ਉਹਨਾਂ ਵੱਲੋਂ ਪੋਜੀਸ਼ਨ ਲੈਣ ਦੇ, ਉਹ ਹਟਦੇ ਨਹੀਂ। ਉਹ ਇੱਕ ਦਿਨ ਰਾਤ ਨੂੰ ਉੱਥੇ ਕੋਈ ਜਲੂਸ ਕੱਢ ਰਿਹਾ, ਪਤਾ ਨਹੀਂ ਕਾਮਰੇਡੀ ਚੱਕ ਦਿਆਂਗੇ, ਧੌਣ ਤੇ ਗੋਡਾ ਰੱਖ ਦਿਆਂਗੇ। ਭਲੇ ਉਹ ਮਾਨਸੋ ਤੁਹਾਡੇ ਕਾਮਰੇਡਾਂ ਖਿਲਾਫ ਸੰਘਰਸ਼ ਆ ਜੀ, ਕਾਮਰੇਡਾਂ ਖਿਲਾਫ ਲੜਾਈ 'ਚ ਮੁੱਦਾ ਪੈਦਾ ਹੋਏ ਨੇ। ਕਾਮਰੇਡਾਂ ਦੀ ਸਰਕਾਰ ਆ ਜਾਂ ਕਾਮਰੇਡਾਂ ਨੇ ਹੁਣ ਕੁਝ ਕਰਨਾ? ਗੁਰੂ ਗ੍ਰੰਥ ਸਾਹਿਬ ਦੇ ਲੱਖਾਂ ਸਰੂਪ ਨੇ ਜੀ, 328 ਸਰੂਪ ਜਿਹੜੇ ਗੁੰਮ ਹੋ ਗਏ। ਪ੍ਰਬੰਧ ਕੀ ਗਲਤੀ ਤਾਂ ਹੈ ਜੀ, ਪਰ ਇਹਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਥੋੜ੍ਹਾ ਬਦਲ ਦੂ? ਗੱਲ ਨੂੰ ਇਸ ਹੱਦ ਤੱਕ ਵਧਾ ਦਿੰਦੇ ਹੋ ਵੀ ਉਹਦਾ ਫਿਰ ਤੁਹਾਨੂੰ ਕੀ ਇਨਸਾਫ ਨਹੀਂ ਮਿਲਦਾ ਜੀ। ਬਾਦਲ ਫੜ ਕੇ ਅੰਦਰ ਦੇ ਦਿਓ ਤੇ ਇਹਦਾ ਇਨਸਾਫ ਹੋ ਜਾਣਾ। ਇਹ ਧਾਰਨਾ ਜਿਹੜੀ ਲੋਕਾਂ ਦੇ ਵਿੱਚ ਸਹੀ ਹੈ ਜਾਂ ਗਲਤ? ਧਰਮ ਬਦਲੀ ਦਾ ਸੰਕਲਪ ਹੀ ਨਹੀਂ ਹੈ ਸਿੱਖ ਧਰਮ ਦੇ ਵਿੱਚ ਜੀ। ਉਹ ਕਹਿੰਦੇ ਤੁਮਕੋ ਤੁਮਾਰਾ ਖੂਬ, ਹਮਕੋ ਹਮਾਰਾ ਖੂਬ। ਬੇਅਦਬੀ ਤੇ ਵੋਟਾਂ ਦੀ ਸਿਆਸਤ ਹੋਈ ਹੈ, ਇਨਸਾਫ ਦੀ ਸਿਆਸਤ ਨਹੀਂ ਹੋਈ। ਇੱਕ ਵੱਡਾ ਪੰਜਾਬ ਦਾ ਵਰਤਾਂਤ ਸਿਰਜਿਆ ਜਾਵੇ। ਪੰਜਾਬ ਕੰਗਾਲ ਹੋ ਰਿਹਾ, ਪੰਜਾਬ ਦੇ ਸੁਪਨੇ ਮਾਰਤੇ। ਇੱਕ ਸੁਪਨਾ ਸਿਰਜੋ। ਮੈਂ ਕਹਿੰਦਾ ਤੁਸੀਂ ਖਾਲਿਸਤਾਨ ਦਾ ਸੁਪਨਾ ਸਿਰਜ ਲਓ ਤੇ ਖਾਲਿਸਤਾਨ ਦਾ ਸੁਪਨਾ ਸਿਰਜ ਕੇ ਤੁਸੀਂ ਲੋਕਾਂ ਨੂੰ ਦੱਸ ਦਿਓ ਵੀ ਖੇਤੀ ਮਾਡਲ ਸਾਡਾ ਇਹੋ ਜਿਹਾ ਹੋ ਜੀ। ਖਾਲਿਸਤਾਨ ਬਣਨ ਤੇ ਆ ਜਿਹੜਾ ਪਵਨ ਗੁਰੂ, ਪਾਣੀ ਪਿਤਾ, ਮਾਤਾ, ਧਰਤ ਮਹੱਤ ਦੀ ਬਦਖੋਈ ਹੋਈ ਆ, ਇਹਨੂੰ ਅਸੀਂ ਐਂ ਠੀਕ ਕਰਾਂਗੇ ਜੀ। ਸਾਡੀਆਂ ਜ਼ਮੀਨਾਂ ਅਕਵਾਇਰ ਕਰਕੇ ਕੌਮਾਂਤਰੀ ਅੱਡੇ ਬਣਾ ਲਏ, ਹਵਾਈ ਉਡਾਨ ਇੱਕ ਨਹੀਂ ਜਾਂਦੀ ਜੀ ਸਾਡੀ। ਮੁੱਦਿਆਂ ਤੇ ਗੱਲ ਨਹੀਂ ਕਰਨੀ, ਜਥੇਬੰਦੀ ਕੋਈ ਬਣਾਉਣੀ ਨਹੀਂ, ਨਾਰਾ ਮਾਰਨਾ ਖਾਲਿਸਤਾਨ ਆਜ਼ਾਦੀ, ਗੁਲਾਮ ਆ ਜੀ ਅਸੀਂ। ਜਥੇਬੰਦੀ ਨਾ ਦੀਪ ਸਿੱਧੂ ਦੀ ਸੀ, ਜਥੇਬੰਦੀ ਨਾ ਕੋਈ ਅੰਮ੍ਰਿਤਪਾਲ ਦੀ ਆ। ਪਾਰਟੀ ਕੇਜਰੀਵਾਲ ਦੀ ਵੀ ਹੈ ਨਹੀਂ, ਸਰਕਾਰਾਂ ਹੈਗੀਆਂ ਨੇ ਦੋ, ਪਾਰਟੀ ਇਹਦੀ ਵੀ ਕਿਤੇ ਹੈ ਨਹੀਂ। ਆਪਣੀ ਜਿਹੜੀ MSP ਤੈਅ ਕਰਨ ਦੀ ਆ, ਕਿਸਾਨ ਅੰਦੋਲਨ ਜਥੇਬੰਦੀ ਕੋਲੇ ਆਪਦੀ ਕੋਈ ਸਮਝ ਨਹੀਂ ਵੀ ਕਿਵੇਂ ਤੈਅ ਹੋਊ। ਪੰਜਾਬ 'ਚ 2000 ਰੁਪਇਆ ਕਣਕ ਦੇ ਕੇ ਇਹ ਕਹਿੰਦੇ 3000 ਲਾਗਤ ਕੀਮਤ, ਸਾਨੂੰ ਤਾਂ ਕਰਜ਼ਾਈ ਬਣਾ ਲਿਆ। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਪੰਜਾਬੀ ਨੈਸ਼ਨਲ TV। ਪੰਜਾਬ ਦੀ ਸਿੱਖ ਸਿਆਸਤ ਬਹੁਤਾਤ ਮੁੱਦਿਆਂ ਨੂੰ ਲੈ ਕੇ ਦੋ ਚਾਰ ਹੋ ਰਹੀ ਆ। ਬਾਈਬਲ ਕਲਾਂ ਬਰਗਾੜੀ ਕਾਂਡ ਦੀ ਜੇ ਗੱਲ ਕਰੀਏ ਤਾਂ ਪਿਛਲੇ 7 ਸਾਲ ਤੋਂ ਉੱਪਰ ਦਾ ਸਮਾਂ ਹੋ ਚੱਲਿਆ। ਸਿੱਖ ਹਜੇ ਵੀ ਇਹ ਸੋਚ ਰਹੇ ਨੇ ਕਿ ਸਾਨੂੰ ਉਸ ਬੇਅਦਬੀ ਕਾਂਡ ਦੇ ਵਿੱਚ ਹੋਏ ਸ਼ਹੀਦ ਸਿੰਘਾਂ ਦਾ ਇਨਸਾਫ ਮਿਲਣਾ ਚਾਹੀਦਾ ਤੇ ਗੁਰੂ ਗ੍ਰੰਥ ਸਾਹਿਬ ਦੀ ਜੋ ਬੇਅਦਬੀ ਹੋਈ ਆ, ਜਿਨ੍ਹਾਂ ਲੋਕਾਂ ਨੇ ਕੀਤੀ, ਤੇ ਉਹਨਾਂ ਨੂੰ ਸਜ਼ਾਵਾਂ ਮਿਲਣੀਆਂ ਚਾਹੀਦੀਆਂ। ਗੱਲ ਬੰਦੀ ਸਿਆਸਤਾਂ ਦੀ ਵੀ ਚੱਲ ਰਹੀ ਆ। ਚੰਡੀਗੜ੍ਹ ਦੇ ਬਰੂਹਾਂ ਦੇ ਉੱਪਰ ਇਸ ਵਕਤ ਕੌਮੀ ਇਨਸਾਫ ਮੋਰਚੇ ਦੇ ਨਾਂ 'ਤੇ ਇਕੱਠੇ ਹੋ ਕੇ ਲੋਕ ਬੈਠੇ ਨੇ। ਕੱਲ੍ਹ ਹਿੰਸਕ ਅੰਦੋਲਨ ਉਹ ਹੋਇਆ, ਉਹਦੇ ਕੀ ਕਾਰਨ ਸਨ? ਕੀ ਇਸੇ ਤਰ੍ਹਾਂ 328 ਸ਼੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪਾਂ ਦਾ ਜੋ ਇਨਸਾਫ ਲੋਕ ਮੰਗ ਰਹੇ ਨੇ ਕਿ ਕਿੱਥੇ ਉਹਨਾਂ ਦੀ ਵਰਤੋਂ ਕੀਤੀ ਗਈ ਜਾਂ ਕਿੱਥੇ 328 ਸਰੂਪ ਗੁੰਮ ਹੋਏ ਨੇ? ਇਹ ਸਾਰੇ ਮੁੱਦਿਆਂ ਨੂੰ ਸੁਮੇਲ ਕਰਕੇ ਦੇਖਿਆ ਜਾ ਸਕਦਾ ਜਾਂ ਨਿਖੇੜ ਕੇ ਵੀ ਦੇਖਿਆ ਜਾ ਸਕਦਾ। ਕੀ ਇਨਸਾਫ ਲੈਣ ਦਾ ਰਸਤਾ ਜੋ ਸਿੱਖ ਜਥੇਬੰਦੀਆਂ ਇਸ ਵਕਤ ਅਖਤਿਆਰ ਕਰ ਰਹੀਆਂ ਨੇ, ਉਹ ਸਹੀ ਟਰੈਕ 'ਤੇ ਚੱਲ ਰਿਹਾ ਕਿ ਜਾਂ ਹਜੇ ਵੀ ਕਿਤੇ ਨਾ ਕਿਤੇ ਕਮੀ ਆ? ਮੇਰੇ ਨਾਲ ਮੌਜੂਦ ਹੈ ਸਰਦਾਰ ਮਾਲਵਿੰਦਰ ਸਿੰਘ ਮਾਲੀ, ਉੱਘੇ ਵਾਰਤਾਕਾਰ। ਉਹਨਾਂ ਨਾਲ ਸਾਰੀ ਕਰਦੇ ਇਸ ਮੁੱਦੇ 'ਤੇ ਗੱਲਬਾਤ। ਮਾਲੀ ਸਾਹਿਬ ਸਤਿ ਸ਼੍ਰੀ ਅਕਾਲ ਜੀ। ਸਤਿ ਸ਼੍ਰੀ ਅਕਾਲ ਜੀ ਵੀਰ ਸਾਹਿਬ। ਮਾਲੀ ਸਾਹਿਬ, ਸਿੱਖ ਸਿਆਸਤ ਜਿਹੜੀ ਦੋ ਚਾਰ ਹੋ ਰਹੀ ਆ, ਚਾਹੇ ਬਾਈਬਲ ਕਲਾਂ ਦਾ ਬਰਗਾੜੀ ਵਾਲਾ ਮਸਲਾ, ਚਾਹੇ ਬੰਦੀ ਸਿੰਘਾਂ ਦੀ ਗੱਲ ਦੀ ਆ, ਚਾਹੇ 328 ਸਰੂਪ ਜਿਹੜੇ ਗੁੰਮ ਹੋਏ ਨੇ, ਉਹ ਵੀ ਮੰਗ ਹੋ ਰਹੀ ਆ ਕਿ ਉਹਨਾਂ ਦਾ ਪਤਾ ਲੱਗਣਾ ਚਾਹੀਦਾ ਵੀ ਉਹ ਗਏ ਕਿੱਥੇ ਨੇ, ਵੀ ਕੀ ਵਾਕਿਆ ਕਿਤੇ ਬਰਗਾੜੀ ਵਾਂਗੂ ਕੋਈ ਕਾਂਡ ਵਰਤਣ ਗਏ, ਉਹ ਕਿਤੇ 328 ਸਰੂਪ ਗਏ ਨੇ ਕਿ ਜਾਂ ਲੀਡਰਾਂ ਨੇ ਆਪਣੇ ਚਹੇਤਿਆਂ ਨੂੰ ਕਿਤੇ ਨਾ ਕਿਤੇ ਆਪਣੀਆਂ ਲਿਹਾਜ਼ਾਂ ਪੂਰੀਆਂ। ਇਹ ਸਾਰੇ ਮੁੱਦਿਆਂ ਦਾ ਸੁਮੇਲ ਕਰਕੇ ਜੇਕਰ ਸਿੱਖ ਸਿਆਸਤ ਅੱਗੇ ਚੱਲਦੀ ਆ ਤਾਂ ਇਹਦਾ ਕੋਈ ਹੋ ਸਕਦਾ ਕਿ ਜਾਂ ਇਹਨਾਂ ਨੂੰ ਨਿਖੇੜ ਕੇ ਵੀ ਦੇਖਿਆ ਜਾ ਸਕਦਾ? ਨਹੀਂ, ਅਸਲ 'ਚ ਪੰਜਾਬ ਦੇ ਵਿੱਚ ਨਾ ਜੀ ਇੱਕ ਵੱਡਾ ਉਲਝਾਅ ਜੀ,
ਇੱਕ ਤਾਂ ਸਵਾਲ ਇਹ ਆ ਵੀ ਸਿੱਖ ਧਾਰਮਿਕ ਘੱਟ ਗਿਣਤੀ ਨੂੰ ਸਮੱਸਿਆਵਾਂ ਪੈਦਾ ਹੋ ਰਹੀਆਂ ਨੇ ਜੀ। ਉਹ ਉਹਨਾਂ ਦੇ ਆਪਦੇ ਪ੍ਰਬੰਧ ਕਰਕੇ ਵੀ ਪੈਦਾ ਹੋ ਰਹੀਆਂ ਨੇ ਜੀ। ਜਦੋਂ ਮੁਲਕ ਹਿੰਦੂ ਰਾਸ਼ਟਰਵਾਦ ਨੂੰ ਸਾਰਨ ਦਾ ਪੈਂਤੜਾ ਅਖਤਿਆਰ ਕਰ ਲੇ ਜੀ, ਇੱਕ ਕੌਮ ਇੱਕ ਦੇਸ਼ ਇੱਕ ਕਾਨੂੰਨ ਉਧਰਲੇ ਪਾਸੇ ਨੂੰ ਤੁਰ ਪਏ ਜੀ, ਸਾਂਝਾ ਸਿਵਲ ਕੋਡ ਲਿਆਉਣ ਦੀ ਗੱਲ ਕਰ ਲੇ, ਇੱਕ ਭਾਸ਼ਾ ਦੀ ਗੱਲ ਕਰਨ ਲੱਗ ਜੇ ਜੀ, ਤਾਂ ਫਿਰ ਧਾਰਮਿਕ ਘੱਟ ਗਿਣਤੀ ਨੂੰ ਅਸੁਰੱਖਿਅਤ ਦਾ ਬਹੁਤ ਮਹਿਸੂਸ ਹੁੰਦੀ ਆ ਜੀ। ਉਹਦੇ ਵਿੱਚੋਂ ਮਸਲੇ ਪੈਦਾ ਹੁੰਦੇ ਨੇ ਜੀ। ਦੂਜਾ ਮਸਲਾ ਇਹ ਆ ਵੀ ਇੱਕ ਰਾਜਾਂ ਤੋਂ ਅਧਿਕਾਰ ਖੋਹੇ ਜਾ ਰਹੇ ਨੇ ਜੀ। ਉਹ ਸਾਰੇ ਰਾਜਾਂ ਤੋਂ ਖੋਹੇ ਜਾ ਰਹੇ ਨੇ ਜੀ। ਪੰਜਾਬ ਨਾਲ ਇੱਕ ਵਿਤਕਰਾ ਵੱਖਰਾ ਇਸ ਕਰਕੇ ਹੋਇਆ ਵੀ ਇਹਨਾਂ ਨੇ ਦੋ ਮੁਲਕ ਉਸਾਰਨ ਲਈ ਪੰਜਾਬ ਦੀ ਵੰਡ ਕੀਤੀ ਜੀ। ਪੰਜਾਬ 'ਚ ਹੀ ਉਜਾੜਾ ਹੋਇਆ ਜੀ। ਪੰਜਾਬ ਨਾਲ ਵਾਅਦੇ ਕੀਤੇ ਜੀ। ਉਹ ਵਾਅਦੇ ਪੂਰੇ ਨਹੀਂ ਕੀਤੇ ਦੂਜੀ ਵਾਰ ਫੇਰ ਪੰਜਾਬ ਦੀ ਵੰਡ ਕੀਤੀ ਜੀ। ਸਮਝਣ ਵਾਲੀ ਗੱਲ ਆ ਪੰਜਾਬੀ ਸੂਬਾ ਨਹੀਂ ਬਣਾਇਆ ਜੀ। ਜੇ ਪੰਜਾਬੀ ਸੂਬਾ ਬਣਾਇਆ ਹੁੰਦਾ ਤਾਂ ਨਾ ਚੰਡੀਗੜ੍ਹ ਦਾ ਰੌਲਾ ਪੈਂਦਾ ਨਾ ਪਾਣੀਆਂ ਦਾ ਰੌਲਾ ਪੈਂਦਾ ਨਾ ਪੰਜਾਬੀ ਬੋਲਦੇ ਇਲਾਕਿਆਂ ਦਾ ਰੌਲਾ ਪੈਂਦਾ ਜੀ। ਤੇ ਜਿਹੜੇ ਆ ਕਾਂਗੜਾ ਕੁੱਲੂ ਦਿੱਤੇ ਗਏ ਨੇ ਉਹ ਤਾਂ ਇਹਨਾਂ ਨੇ ਨਾਲ ਆਪ ਨਹੀਂ ਲਏ ਨਾ ਉਦੋਂ ਤਾਂ ਹਿਮਾਚਲ ਪ੍ਰਦੇਸ਼ ਦੀ ਜਿਹੜਾ ਯੂਨੀਅਨ ਟੈਰੀਟਰੀ ਸੀ ਜੀ ਉਹ ਇਲਾਕੇ ਸ਼ਿਫਟ ਕਰਤੇ ਉਹਨਾਂ ਨੂੰ ਜੀ। ਇੱਕ ਹਰਿਆਣੇ ਤੇ ਇਹਦੇ ਵਿੱਚ ਵੰਡਤ ਸੋ ਇੱਕ ਵੱਧ ਅਧਿਕਾਰਾਂ ਤੇ ਫੈਡਰਲ ਢਾਂਚੇ ਦੀ ਗੱਲ ਆ ਜੀ। ਇੱਕ ਧਾਰਮਿਕ ਘੱਟ ਗਿਣਤੀ ਦੀਆਂ ਸਮੱਸਿਆਵਾਂ ਦੀ ਗੱਲ ਆ ਜੀ। ਪਰ ਕਿਉਂਕਿ ਜੰਮੂ ਕਸ਼ਮੀਰ 'ਚ ਧਾਰਮਿਕ ਘੱਟ ਗਿਣਤੀ ਬਹੁਤ ਗਿਣਤੀ 'ਚ ਜੀ ਰਾਜ ਆ ਉਹਨਾਂ ਦਾ ਚਲੋ ਸਰਕਾਰ ਜਿਹਨੂੰ ਆਪਾਂ ਕਹਿ ਲਈਏ ਇਸੇ ਤਰ੍ਹਾਂ ਪੰਜਾਬ 'ਚ ਜੀ। ਇਸ ਕਰਕੇ ਇਹ ਦੋ ਮਸਲੇ ਰਲਗੱਡ ਹੋ ਜਾਂਦੇ ਨੇ ਆਪਸ ਦੇ ਵਿੱਚ ਜਿਹਦੇ ਕਰਕੇ ਫਿਰ ਹਿੰਦੂ ਸਿੱਖ ਦਾ ਸਵਾਲ ਆ ਜਾਂਦਾ ਜਾਂ ਮੁਸਲਮਾਨ ਕਸ਼ਮੀਰੀ ਪੰਡਤਾਂ ਦਾ ਸਵਾਲ ਆ ਜਾਂਦਾ ਇਸ ਤਰ੍ਹਾਂ ਦੀ ਗੱਲਾਂ ਉੱਭਰ ਜਾਂਦੀਆਂ ਨੇ ਉਹਨੂੰ ਪੰਥ ਤੇ ਪੰਜਾਬ ਨੂੰ ਤੁਸੀਂ ਵੱਖ ਨਹੀਂ ਕਰ ਸਕਦੇ ਜੀ। ਜਦੋਂ ਆਪਾਂ ਕਹਿੰਦੇ ਪੰਥਕ ਏਜੰਡਾ ਕੀ ਆ ਪੰਥ ਕੀ ਆ ਸਰਬੱਤ ਦੇ ਭਲੇ ਲਈ ਲੜਨਾ ਜੀ। ਸਾਂਝੀਵਾਲਤਾ ਲਈ ਲੜਨਾ ਜੀ। ਜਿਹੜਾ ਗੁਰੂ ਨਾਨਕ ਸਾਹਿਬ ਦਾ ਫਲਸਫਾ ਜੀ ਜਿਹਦੇ ਵਿੱਚ ਸਿੱਖਾਂ ਨੇ ਉਦਾਹਰਨਾਂ ਪੇਸ਼ ਕੀਤੀਆਂ ਹੋਈਆਂ ਨੇ ਜੀ ਵੀ ਮਤਲਬ ਹੋਰਾਂ ਲਈ ਗੁਰੂ ਤੇਗ ਬਹਾਦਰ ਦੀ ਸਭ ਤੋਂ ਵੱਡੀ ਕੁਰਬਾਨੀ ਹੈ ਜੀ। ਤੁਸੀਂ ਇਹ ਦੇਖੋ ਜਿਹਨੇ ਕਿਹਾ ਵੀ ਧਰਮ ਕੋਈ ਕਿਹੜਾ ਅਪਣਾਵੇ ਨਾ ਅਪਣਾਵੇ ਉਹ ਤੇ ਕੋਈ ਜ਼ਬਰਦਸਤੀ ਨਹੀਂ ਕੀਤੀ ਜਾ ਸਕਦੀ ਉਹਦੇ ਨਾਲ ਵਿਤਕਰਾ ਨਹੀਂ ਕੀਤਾ ਜਾ ਸਕਦਾ ਸੋ ਇਹਨਾਂ ਗੱਲਾਂ ਨੂੰ ਜਦੋਂ ਅਸੀਂ ਪ੍ਰਸੰਗ 'ਚ ਰੱਖ ਕੇ ਦੇਖਦੇ ਹਾਂ ਫਿਰ ਅਸੀਂ ਦੇਖਦੇ ਹਾਂ ਵੀ ਅੱਜ ਹਾਲਤ ਕੀ ਆ ਪੰਥ ਪੈਰੋਂ ਉਖੜ ਗਿਆ ਜੀ ਦੋ ਪੱਖਾਂ ਤੋਂ ਪੈਰਾਂ ਤੋਂ ਉਖੜ ਗਿਆ ਜੀ। ਇੱਕ ਤਾਂ ਜਿਹੜਾ ਪੰਥ ਨੇ ਇੱਕ ਪ੍ਰਵਾਨਤ ਆਨੰਦਪੁਰ ਸਾਹਿਬ ਦਾ ਮਤਾ ਲਿਆਂਦਾ ਸੀ ਜੀ ਜਿਹਦੇ ਵਿੱਚ ਸਿੱਖ ਧਾਰਮਿਕ ਘੱਟ ਗਿਣਤੀ ਦੇ ਮਸਲੇ ਵੀ ਸੀ ਜਿਹਦੇ ਵਿੱਚ ਪੰਜਾਬ ਦੀ ਖੁਦਮੁਖਤਿਆਰੀ ਦੀ ਗੱਲ ਵੀ ਸੀ ਜੀ। ਉਹ ਮੋਰਚਾ ਉਹ ਸੋਚ ਜ਼ਬਰ ਨਾਲ ਕੁਚਲੀ ਜੋ ਹੋਇਆ ਆਪਾਂ ਨੂੰ ਵੱਡੀ ਕਹਾਣੀ ਜਾਣ ਦੀ ਲੋੜ ਨਹੀਂ ਜੀ। ਉਦੋਂ ਬਾਅਦ ਪੰਥ ਪੈਰੋਂ ਉਖੜ ਗਿਆ ਇਸ ਗੱਲ ਨੂੰ ਹੋਰ ਪਾਸੇ ਲਿਜਾਣ ਲਈ 96 ਚ ਮੋਗੇ ਪੰਜਾਬੀ ਪਾਰਟੀ ਬਣਾ ਲਈ ਜੀ ਬਣਾ ਲਓ ਜੀ ਪੰਜਾਬੀ ਪਾਰਟੀ ਕੋਈ ਪੰਜਾਬੀ ਪਾਰਟੀ ਬਣਾਉਣੀ ਆਪਦੇ ਆਪ ਚ ਗੁਨਾਹ ਨਹੀਂ ਜੇ ਖੇਤਰੀ ਪਾਰਟੀ ਆ ਜੇ ਸਿੱਖ ਧਾਰਮਿਕ ਘੱਟ ਗਿਣਤੀ ਆ ਉਹਦੇ ਮਸਲਿਆਂ ਨੂੰ ਸੰਬੋਧਿਤ ਆ ਜੇ ਸੂਬੇ ਦੇ ਹੱਕਾਂ ਦੀ ਰਾਖੀ ਲਈ ਸੰਬੋਧਿਤ ਆ ਉਹਨੂੰ ਤੁਸੀਂ ਪੰਜਾਬੀ ਪਾਰਟੀ ਕਹਿ ਲਓ ਪੰਥਕ ਪਾਰਟੀ ਕਹਿ ਲਓ ਇਹ 'ਚ ਕੋਈ ਰੌਲਾ ਨਹੀਂ ਕਿਸੇ ਗੱਲ 'ਚ ਪੈਂਦਾ ਪਰ ਇਹਨਾਂ ਸਮਿਆਂ ਦੌਰਾਨ ਪੰਥ ਦੀ ਇੱਕ ਧਿਰ ਤਾਂ ਕਹਿੰਦੀ ਹੁਣ ਅਸੀਂ ਖਾਲਿਸਤਾਨ ਸਿਰਜਣਾ ਜੀ ਖਾਲਿਸਤਾਨ ਦਾ ਐਲਾਨ ਹੋਇਆ ਨਹੀਂ ਹੋਇਆ ਕਿਸੇ ਨੇ ਮੰਨਿਆ ਨਹੀਂ ਮੰਨਿਆ ਇਹ ਪ੍ਰਵਾਨਿਤ ਨਹੀਂ ਹੈ ਹਲੇ ਤੱਕ ਗੱਲ ਜੀ। ਦੂਜੀ ਧਿਰ ਸੀ ਜਿਹੜੀ ਉਹ ਸਰਕਾਰਾਂ ਬਣਾਉਣ ਤੇ ਚਲਾਉਣ ਵਾਲੇ ਪਾਸੇ ਤੁਰ ਪਈ ਸਰਕਾਰਾਂ ਬਣਾਉਣੀਆਂ ਜ਼ਰੂਰੀ ਹੁੰਦੀਆਂ ਪਰ ਜੇ ਉਹ ਸਰਕਾਰਾਂ ਪੰਜਾਬ ਨੂੰ ਸਮਰਪਿਤ ਹੋਣ ਪੰਥ ਨੂੰ ਸਮਰਪਿਤ ਹੋਣ ਜਾਂ ਉਸ ਸਮੇਂ ਦੌਰਾਨ ਜੋ ਜ਼ੁਲਮ ਹੋਇਆ ਜੀ ਉਹਦਾ ਨਿਆਂ ਕਰਨ ਵਾਲੇ ਪਾਸੇ ਤੁਰਦੀਆਂ ਜੀ। ਕੋਈ ਸਰਕਾਰ 15 ਸਾਲ ਅਕਾਲੀਆਂ ਦੀ ਰਹੀ ਆ ਕਾਂਗਰਸ ਦੀਆਂ ਰਹੀਆਂ ਨੇ ਉਹਨਾਂ ਮਸਲੇ ਨੂੰ ਹੱਲ ਕਰਨ ਵਾਲੇ ਪਾਸੇ ਕੋਈ ਨਹੀਂ ਤੁਰੀ ਕਿਸੇ ਵੀ ਪੱਖੋਂ ਇਨਸਾਫ ਨਹੀਂ ਮਿਲਿਆ ਉਹ ਸੰਘਰਸ਼ ਦੇ ਨਾਲ ਜੋੜ ਕੇ ਜੇ ਆਪਾਂ ਗੱਲ ਕਰੀਏ ਜੀ। ਦੂਜਾ ਉਦੋਂ ਬਾਅਦ ਨਵੇਂ ਮਸਲੇ ਪੈਦਾ ਹੋ ਗਏ ਜੀ ਜਿਵੇਂ ਮੈਂ ਪਹਿਲਾਂ ਵੀ ਕਈ ਵਾਰ ਕਹਿਣਾ ਹੁੰਦਾ ਵੀ ਕਈ ਵਾਰ ਲੱਗਦਾ ਨਾ ਵੀ ਸ਼ਾਂਤੀ ਹੋ ਗਈ ਪੰਜਾਬ 'ਚ ਜੀ ਨਕਸਲੀ ਮਾਰੇ ਸੀ ਜੀ ਉਦੋਂ ਵੀ ਕਹਿੰਦੇ ਸ਼ਾਂਤੀ ਹੋ ਗਈ ਜੀ। ਮੋਗਾ ਕੋਲ 2 ਮੁੰਡੇ ਮਾਰੇ ਗਏ ਜੀ ਮਾਰੇ ਕਿਹੜੀ ਗੱਲ ਤੇ ਗਏ ਵੀ ਤੁਸੀਂ ਟਿਕਟਾਂ ਦੀ ਬਲੈਕ ਕਰਦੇ ਹੋ ਇੱਕ ਵਿਦਿਆਰਥੀਆਂ ਨੂੰ ਤੁਸੀਂ ਸਸਤੇ ਭਾਅ ਟਿਕਟਾਂ ਨਹੀਂ ਦਿੰਦੇ ਤੇ ਸਾਰਾ ਪੰਜਾਬ ਅੱਗ ਵਾਂਗੂ ਬਲ ਉੱਠਿਆ ਜੀ। ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਾਲ ਜੁੜ ਕੇ ਕੋਟਕਪੂਰਾ ਹੋ ਗਿਆ ਗੋਲੀकांड ਬਹਿਬਲ ਕਲਾਂ ਗੋਲੀ 2 ਮੁੰਡੇ ਮਾਰੇ ਨਾ ਜੀ ਸਾਰਾ ਪੰਜਾਬ ਬਲ ਉੱਠਿਆ ਉਹ ਸਾਰਾ ਗੁੱਸਾ ਇਹਦੇ ਵਿੱਚ ਆਇਆ ਜੀ। ਇਸੇ ਤਰ੍ਹਾਂ ਕਿਸਾਨ ਅੰਦੋਲਨ 'ਚ ਹੋਇਆ ਸਾਰਾ ਪੰਜਾਬ ਉਧਰਲੇ ਪਾਸੇ ਤੁਰਿਆ ਹੁਣ ਅਸਲ 'ਚ ਲੋੜ ਇਸ ਗੱਲ ਦੀ ਆ ਵੀ ਜਿਹੜੇ ਦੇਖੋ ਵੱਡੀ ਲੜਾਈ ਹੁਣ ਤੁਸੀਂ ਨਹੀਂ ਲੜ ਸਕਦੇ ਜੀ ਜਦੋਂ ਕੌਮਾਂ ਨੂੰ ਹਰਾ ਦਿੱਤਾ ਜਾਵੇ ਫਿਰ ਉਹ ਛੋਟੇ ਛੋਟੇ ਮੁੱਦਿਆਂ 'ਚੋਂ ਇਨਸਾਫ ਲਈ ਲੜਦੀਆਂ ਨੇ ਜੀ। ਇਹ ਆਪਦੇ ਆਪ 'ਚ ਚੰਗੀ ਗੱਲ ਹੁੰਦੀ ਹੈ ਤਾਂ ਕਿ ਮੁੜ ਕੇ ਉਸ ਧਾਰਾ ਨੂੰ ਉਸਾਰਿਆ ਜਾਵੇ ਉਭਾਰਿਆ ਜਾਵੇ ਜੀ। ਇਸ ਪੱਖੋਂ ਮੈਨੂੰ ਇਹ ਲੱਗ ਰਿਹਾ ਵੀ ਪੰਜਾਬ ਦਾ ਇੱਕ ਸਾਂਝਾ ਵਰਤਾਂਤ ਨਹੀਂ ਉਸਰ ਰਿਹਾ ਜੀ ਜਿਹਦੇ ਕੋਲੇ ਜੋ ਮੰਗ ਆ ਉਹ ਉੱਥੇ ਹੀ ਅੜ ਕੇ ਖੜ ਗਿਆ ਜੀਰਾ ਫੈਕਟਰੀ ਵਾਲੇ ਕਹਿੰਦੇ ਆਹ ਪ੍ਰਦੂਸ਼ਣ ਦੀ ਗੱਲ ਆ ਜੀ ਪਰ ਪ੍ਰਦੂਸ਼ਣ ਪੰਜਾਬ ਦਾ ਬਹੁਤ ਵੱਡਾ ਮਸਲਾ ਜੀ
ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਕੀ ਹੋ ਗਿਆ ਜੀ ਸਾਰੇ ਕਾਸੇ ਦੇ। ਉਹ ਅੱਗੇ ਜਾਣ ਵਾਲੀ ਗੱਲ ਨਹੀਂ ਇਹ ਬਣਦੀ। ਉਹ ਕੱਲਾ ਜੀਰੇ 'ਚ ਨਹੀਂ, ਉਹ ਸਾਰੇ ਪੰਜਾਬ 'ਚ ਹੀ ਹੈ। ਪੰਜਾਬ 'ਚ ਹੈ ਜਿਹਦਾ ਮਤਲਬ ਉਹ ਮੁੱਦੇ ਨੂੰ ਲੈ ਕੇ ਤੁਸੀਂ ਇੱਕ ਪੰਜਾਬ ਦਾ ਵਰਤਾਂਤ ਸਿਰਜੋ ਜੀ। ਆ ਜਿਹੜਾ ਚਿੱਟਾ ਹਾਥੀ ਬੰਨ ਰੱਖਿਆ ਪੋਲਿਊਸ਼ਨ ਕੰਟਰੋਲ ਬੋਰਡ, ਇਹਦੀ ਕਾਰਗੁਜ਼ਾਰੀ ਕੀ ਹੈ ਹੁਣ ਤੱਕ ਜੀ। ਤੁਸੀਂ ਕਹੋ ਵੀ ਜਿੰਨੀਆਂ ਪੰਜਾਬ ਦੇ ਵਿੱਚ ਪ੍ਰਦੂਸ਼ਣ ਫੈਲਾਉਣ ਵਾਲੀਆਂ ਚੀਜ਼ਾਂ ਨੇ ਜੀ, ਕਾਰਖਾਨੇ ਨੇ ਹੋਰ ਨੇ ਸਾਰਿਆਂ ਦੀ ਜਾਂਚ ਕਰੋ ਇੱਕ ਵਾਰ ਜੀ। ਜੇ ਪੋਲਿਊਸ਼ਨ ਕੰਟਰੋਲ ਬੋਰਡ ਇਹ ਕਹਿੰਦਾ ਸਾਰਾ ਕੁਝ ਕੰਟਰੋਲ 'ਚ ਆ, ਫਿਰ ਇਹ ਸਾਰੀ ਤਬਾਹੀ ਕਿਉਂ ਮਚ ਰਹੀ ਹੈ ਜੀ। ਗੱਲ ਨੂੰ ਗਾਹਾਂ ਤੋਰਨ ਦੀ ਗੱਲ ਆ ਜੀ। ਇਸੇ ਤਰ੍ਹਾਂ ਜਿਹੜਾ ਬੰਦੀ ਸਿੰਘਾਂ ਦੀ ਰਿਹਾਈ ਲਈ ਮੋਰਚਾ ਲਾਇਆ ਜੀ, ਇਹ ਬਿਲਕੁਲ ਇਨਸਾਫ ਤੇ ਆਧਾਰਿਤ ਆ ਜੀ। ਕਿਉਂਕਿ ਕੇਂਦਰ ਸਰਕਾਰ ਨੇ ਲੋਕ ਸਭਾ 'ਚ ਐਲਾਨ ਕੀਤਾ ਹੋਇਆ ਜੀ। ਹੁਣ ਉਹ 100 ਟੁੱਚਣਾ ਮਾਰਨ ਢਿੱਲ ਡੈਥ ਲਿਖਿਆ ਹੋਇਆ ਜੀ, ਫਲਾਨਾ ਲਿਖਿਆ ਹੋਇਆ ਜੀ, ਜਾਂ ਇਹਨਾਂ ਦਾ ਇਹ ਗਰੰਟੀ ਚਾਹੀਦੀ ਆ ਵੀ ਬਾਹਰ ਜਾ ਕੇ ਆਏ ਨਹੀਂ ਕਰਨਗੇ ਜੀ। ਤੁਸੀਂ ਇੱਕ ਵਾਰ ਸੋਚ ਸਮਝ ਕੇ ਲੋਕ ਸਭਾ 'ਚ ਛੱਡਣ ਦਾ ਐਲਾਨ ਕੀਤਾ ਜੀ ਬੰਦਿਆਂ ਨੂੰ ਕਿ ਉਦੋਂ ਬਾਅਦ ਤੁਸੀਂ ਮੁੱਕ ਰਹੇ ਹੋ ਜੀ। ਇਸ ਕਰਕੇ ਮੋਰਚਾ ਜਸਟ ਆ ਜੀ। ਦੂਜੀ ਗੱਲ ਜਿਹੜੀਆਂ ਸਿੱਖਾਂ ਦੀਆਂ ਧਾਰਮਿਕ ਭਾਵਨਾਵਾਂ ਨੂੰ ਠੇਸ ਲੱਗੀ ਹੋਈ ਹੈ ਜੀ, ਬਿਲਕੁਲ ਉਹ ਵੀ ਜਾਇਜ਼ ਆ ਜੀ। ਕਿਉਂਕਿ ਹੁਣ ਤੱਕ ਨਾ ਬਰਗਾੜੀ ਤੇ ਨਾ ਬਾਈਬਲ ਤੇ ਨਾ ਕੋਟਕਪੂਰੇ ਮੋਰਚੇ ਤੇ ਇਨਸਾਫ ਦੀ ਸਿਆਸਤ ਨਹੀਂ ਕੀਤੀ ਗਈ ਜੀ। ਚਾਹੇ ਉਹ ਬਾਦਲ ਕੇ ਆਏ, ਚਾਹੇ ਅਮਰਿੰਦਰ ਕੇ ਆਏ, ਚਾਹੇ ਆ ਨਵੇਂ ਜਿਹੜੇ ਆਏ ਨੇ ਜਿਹੜੇ ਕਹਿੰਦੇ 24 ਘੰਟੇ 'ਚ 7 ਦਿਨਾਂ 'ਚ, ਇਹਨਾਂ ਵੱਲੋਂ ਵੀ ਕੋਈ ਗੱਲ ਨਹੀਂ ਸਾਹਮਣੇ ਆ ਰਹੀ ਜੀ। ਉਹਦਾ ਕਾਰਨ ਇਹ ਆ ਵੀ ਜਿਹੜੀਆਂ ਲੜ ਰਹੀਆਂ ਧਿਰਾਂ ਨੇ ਜੀ, ਉਹ ਉਹਨਾਂ ਨੂੰ ਇੱਕ ਸਾਫ਼ ਤੇ ਸਪਸ਼ਟ ਨਕਸ਼ਾ ਸਾਹਮਣੇ ਹੋਣਾ ਚਾਹੀਦਾ ਵੀ ਇਨਸਾਫ ਤੋਂ ਸਾਡਾ ਭਾਵ ਆ ਜੀ। ਜੇ ਜਿਹੜੀ ਗੱਲ ਜਿੰਨੀ ਘਚੋਲੇ 'ਚ ਰਹੂਗੀ ਉਹਦੇ ਬਾਰੇ ਕੋਈ ਕੁਛ ਕਹੀ ਜਾਊ, ਕੋਈ ਕੁਛ ਕਹੀ ਜਾਊਗੀ ਜੀ। ਉਹ ਕਰਕੇ ਤੁਸੀਂ ਹਾਂ ਅਣਪਛਾਤੀ ਪੁਲਿਸ ਬਣਾਈ ਜਿਨ੍ਹਾਂ ਨੇ, ਉਹ ਕੌਣ ਸੀ ਉਹਨਾਂ ਨੂੰ ਸਜ਼ਾ ਦਿਓ। ਜਿਹੜੇ ਪੁਲਿਸੀਆਂ ਨੇ ਗੋਲੀ ਚਲਾਈ ਉਹਨਾਂ ਨੂੰ ਸਜ਼ਾ ਦਿਓ। ਉਦੋਂ ਬੁੱਚੜ ਤੁਸੀਂ ਡੀਜੀਪੀ ਲਾਇਆ ਅਕਾਲੀਆਂ ਨੇ, ਜਿਹੜਾ ਨਾਮੀ ਸੀ ਕਾਤਲ ਪੰਜਾਬ ਦੇ ਵਿੱਚ ਸੈਣੀ ਸੁਮੇਧ ਸਿੰਘ, ਉਹਦੇ ਸ਼ਿਕਾਰੀਆਂ ਨੇ ਮਾਰਤੇ ਮੁੰਡੇ ਵੀ ਸਾਡਾ ਕੌਣ ਕੀ ਕਰ ਲੂ ਜੀ। ਕਿਉਂਕਿ ਪਹਿਲੇ ਕਿੰਨੇ ਮੁੱਦੇ ਪੈਂਡਿੰਗ ਪਏ ਨੇ ਜੀ। ਗੁਰਨਾਮ ਸਿੰਘ ਬੰਡਾਲਾ ਮਰਿਆ ਦਿਖਾਤਾ, ਮਾਰਤਾ ਉਹਦੀ ਥਾਂ ਤੇ ਹੋਰ, ਉਹਦਾ ਕੀ ਬਣਿਆ ਮਸਲਿਆਂ ਦਾ ਹੁਣ ਤੱਕ ਜੀ। ਭਾਈ ਗੁਰਦੇਵ ਸਿੰਘ ਕੌਂਕੇ ਅਕਾਲ ਤਖਤ ਦਾ ਜਥੇਦਾਰ ਫੜ ਕੇ ਮਾਰਤਾ ਜੀ। ਤੇ ਜਾਂਚ ਰਿਪੋਰਟ ਨੇ ਐ ਨਕਾਰ ਕੇ ਰੱਖਤਾ ਕਿੱਥੋਂ ਫੜਿਆ, ਕਿਵੇਂ ਤਸ਼ੱਦਦ ਹੋਇਆ, ਕਿੱਥੇ ਉਹਦੀ ਲਾਸ਼ ਖਪਾਈ। ਅਕਾਲੀ ਸਰਕਾਰ ਵੇਲੇ ਜਾਂਚ ਪੂਰੀ ਹੋ ਗਈ, ਅੱਜ ਤੱਕ ਉਹ ਨਹੀਂ ਤੁਹਾਡੇ ਸਾਹਮਣੇ ਆਈ ਜੀ। ਇਸ ਕਰਕੇ ਮੁੱਦਿਆਂ ਦੀ ਸਿਲੈਕਸ਼ਨ ਹੈ ਜਿਹੜੀ ਉਹ ਸਹੀ ਤਰੀਕੇ ਨਾਲ ਕਰਨੀ ਚਾਹੀਦੀ ਹੈ। ਇਸ ਮਾਮਲੇ 'ਚ ਮੋਰਚੇ 'ਚ ਘਚੋਲਾ ਬਹੁਤ ਪੈ ਰਿਹਾ ਜੀ। ਸ਼ੁਰੂ 'ਚ ਤਾਂ ਬਹੁਤ ਵੱਡਾ ਘਚੋਲਾ ਸੀ ਕਿਉਂਕਿ ਸ਼ੁਰੂ 'ਚ ਇਹੀ ਬਣਾ ਲਿਆ ਵੀ ਇਹ ਜਗਤਾਰ ਸਿੰਘ ਹਵਾਰਾ ਜਿਹੜਾ ਉਹਨੂੰ ਜੀ ਕੌਮ ਨੇ ਜਥੇਦਾਰ ਮੰਨ ਲਿਆ ਜੀ, ਉਹਨੂੰ ਜੀ ਕੌਮੀ ਲੀਡਰ ਮੰਨ ਲਿਆ। ਉਹ ਜਦੋਂ ਫਿਰ ਸਾਡੇ ਵਰਗੇ ਨੇ ਸਵਾਲ ਉਠਾਏ ਵੀ ਇਹ ਤੇ ਬੜੇ ਗੰਭੀਰ ਮਤਭੇਦ ਨੇ, ਤੁਸੀਂ ਇਹਨੂੰ ਮੁੱਦਿਆਂ ਤੇ ਕੇਂਦਰਿਤ ਕਰੋ। ਫਿਰ ਅਮਰਤਪਾਲ ਸਿੰਘ ਜੀ ਇੱਥੇ ਆ ਗਏ, ਉਹਨੇ ਇਹਨਾਂ ਦਾ ਵਰਤਾਂਤ ਇਹ ਖੰਡਾਤਾ ਵੀ ਆ ਧਰਨੇ ਮੁਜ਼ਾਹਰੇ ਤੋਂ ਕੀ ਕੱਢੋਗੇ, ਇਹ 8 ਦੀ ਗੱਲ ਕਰ ਦਿਓ, ਕਿੰਨੇ ਹੋਰ ਜੋ ਆਪਸ 'ਚ ਫੜੇ ਹੋਏ ਨੇ, ਕੱਲ ਨੂੰ ਹੋਰ ਨੂੰ ਫੜ ਲੈਣਗੇ। ਇਸ ਕਰਕੇ ਉਹ ਜਦੋਂ ਖੰਡਾਹਰ ਪੈ ਗਿਆ ਜਿਆਦੇ, ਫਿਰ ਜਗਤਾਰ ਸਿੰਘ ਹਵਾਰਾ ਨੇ ਇੱਕ ਚਿੱਠੀ ਲਿਖੀ ਜੀ, ਜਿਵੇਂ ਕਿਸਾਨ ਮੋਰਚੇ ਦੀ ਰਾਮਕਾਰ ਸੀ ਨਾ ਜੀ, ਵੀ ਭਾਈ ਆ ਮੁੱਦਿਆਂ ਤੇ ਕੇਂਦਰਿਤ ਰਹੋ। ਇਹ ਚੋਂ ਨਾ ਤਾਂ ਖਾਲਿਸਤਾਨ ਕੱਢਣਾ, ਨਾ ਇਹ ਚੋਂ ਇਨਕਲਾਬ ਕੱਢਣਾ, ਕਿਉਂਕਿ ਕਿਸਾਨ ਜਥੇਬੰਦੀਆਂ ਨੇ ਵੀ ਇਹਦਾ ਸਾਥ ਦਿੱਤਾ। ਜਿਹੜਾ ਟਕਰਾਅ ਪੈਦਾ ਕੀਤਾ ਜਾ ਰਿਹਾ ਸੀ ਮੁੱਢਲੇ ਦਿਨਾਂ 'ਚ, ਕਾਮਰੇਡਾਂ ਤੇ ਤਵਾ ਲਾਇਆ ਜਾ ਰਿਹਾ ਸੀ, ਕਾਮਰੇਡ ਵਰਸਸ ਸਿੱਖ, ਉਹ ਤੇ ਇੱਕ ਰੋਕ ਲੱਗ ਗਈ ਵੀ ਉਹ ਤਾਂ ਬਿਨਾਂ ਸ਼ਰਤ ਤੁਹਾਡੀ ਹਮਾਇਤ ਤੇ ਆ ਗਏ ਜੀ। ਇੱਕ ਕਿਸਾਨ ਜਥੇਬੰਦੀ ਆ, ਉਹਨੇ ਹਾਲੇ ਪੁਰਾਣਾ ਪੈਂਤੜਾ ਰੱਖਿਆ ਜੀ। ਰਿਹਾਈ ਬੰਦੀ ਸਿੰਘਾਂ ਦੀ ਹਮਲਾ ਸਾਰੇ ਪਿਛਲੇ ਸੰਘਰਸ਼ ਤੇ ਜਿਹਦੇ ਕਰਕੇ ਉਹ ਅੰਦਰ ਚਲੇ ਗਏ ਨੇ, ਉਹ ਵੀ ਨਿਹੱਕਾ ਹਮਲਾ, ਤੱਥਾਂ ਤੋਂ ਰਹਿਤ ਹਮਲਾ ਜੀ। ਇਹੀ ਜੀ ਹਾਲਤ ਦੇ ਵਿੱਚ ਹੁਣ ਇੱਕ ਇਹਨਾਂ ਦੇ ਨਾਲ ਮੁੱਦਾ ਜੋੜ ਲਿਆ ਜੀ ਵੀ ਜਗਤਾਰ ਸਿੰਘ ਹਵਾਰਾ ਨੂੰ ਪੇਸ਼ ਕਰੋ ਜੀ। ਹੁਣ ਦੱਸੋ ਇੱਕ ਹਾਥੀ ਦੀ ਪੈੜ ਆ ਜੀ, ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦੀ ਗੱਲ ਕਰ ਰਹੇ ਹੋ ਜੀ, ਉਹ ਮਸਲਾ ਜੋੜ ਕੇ ਵਕੀਲਾਂ ਦੀ ਸਲਾਹ ਅਨੁਸਾਰ ਵੀ ਉਹ ਇੱਥੇ ਪੇਸ਼ ਕਰੋ ਤੁਸੀਂ ਉਹਨੂੰ, ਉਹ ਤੇ ਇੱਕ ਨਵਾਂ ਮੋਰਚਾ ਕੱਢਣਾ ਸ਼ੁਰੂ ਕਰਤਾ ਜੀ, ਜਿਹਦੇ ਕਰਕੇ ਆ ਟਕਰਾਅ ਪੈਦਾ ਹੋ ਗਿਆ। ਹੁਣ ਕੱਲ ਜਿਹੜਾ ਟਕਰਾਅ ਪੈਦਾ ਹੋਇਆ, ਅੱਡ-ਅੱਡ ਧਿਰਾਂ ਜਾਂਦੀਆਂ ਨੇ ਜੀ ਉੱਥੇ ਜੀ। ਉਹ ਕੱਲ ਅਮਰਤਪਾਲ ਸਿੰਘ ਦੀ ਜਿਹੜੀ ਪੱਖੀ ਧਿਰ ਸੀ, ਉਹਦੀ ਜ਼ਿੰਮੇਵਾਰੀ ਸੀ ਜਥਾ ਲਿਜਾਣ ਦੀ ਜੀ। ਮੈਂ ਕਹਿੰਦਾ ਮੰਨ ਲਓ ਜੀ ਕਿਸੇ ਨੇ ਵੱਟਾ ਮਾਰਿਆ ਜੀ, ਮੰਨ ਲਓ ਜੀ ਪੁਲਿਸ ਵਾਲੇ ਨੇ ਮੂਹਰੋਂ ਪੁੱਠਾ ਸਿੱਧਾ ਤੁਹਾਡੇ ਸਾਹਮਣੇ ਕਿਸਾਨ ਅੰਦੋਲਨ ਦੀ ਉਦਾਹਰਨ ਨਹੀਂ ਜੀ, ਡਾਂਗਾ ਖਾਂਦੇ ਸੀ ਲੋਕ, ਬਾਛੜ ਪੈਂਦੀ ਸੀ, ਕਿਸੇ ਪੁਲਿਸ ਵਾਲੇ ਤੇ ਹੱਥ ਨਹੀਂ ਚੱਕਿਆ ਜੀ, ਤੇ ਕ੍ਰੋਸ ਵੀ ਕਰ ਗਏ ਜੀ, ਅੱਗੇ ਵੀ ਲੰਘ ਗਏ। ਸੋ ਇਸ ਕਰਕੇ ਇਹ 'ਚ ਭਟਕਾ ਦੇ ਬਹੁਤ ਸਾਰੇ ਕਾਰਨ ਮੌਜੂਦ ਨੇ, ਜਿਨ੍ਹਾਂ ਬਾਰੇ ਮੈਂ ਵਾਰ-ਵਾਰ ਕਹਿਣਾ ਵੀ ਸਪਸ਼ਟਤਾ ਹੋਣੀ ਚਾਹੀਦੀ ਆ ਤੇ ਉਹਦੇ ਲਈ ਇੱਕ ਸੋਚੀ ਸਮਝੀ ਰਣਨੀਤੀ ਚਾਹੀਦੀ ਹੈ। ਸਭ ਤੋਂ ਵੱਡੀ ਗੱਲ ਆ ਜਿਹੜਾ ਪੁਰਅਮਨ ਤੇ ਸ਼ਾਂਤੀਪੂਰਕ ਸੰਘਰਸ਼ ਆ ਜੀ, ਜੇ ਤੁਸੀਂ ਉਹਦਾ ਪੱਲਾ ਛੱਡਤਾ ਜੀ, ਫਿਰ ਇਹ ਮੋਰਚੇ ਦੇ ਸਫਲ ਹੋਣ ਦੀ ਕੋਈ ਗਰੰਟੀ ਨਹੀਂ। ਕੱਲ ਵਾਲੀ ਘਟਨਾ ਨੇ ਇਹ ਸ਼ੰਕੇ ਖੜੇ ਕਰਤੇ। ਉਹਨਾਂ ਨੇ ਜਿਹੜੀ ਮੋਰਚੇ ਦੀ ਸੰਚਾਲਨ ਕਮੇਟੀ ਹੈ ਸ਼ਾਇਦ 7 ਤੇ ਉਹਨਾਂ ਤੇ ਕੇਸ ਦਰਜ ਕਰ ਲਏ, ਉਦੋਂ ਬਾਅਦ ਉਹ ਹੋਰ ਪਛਾਣ ਕਰੀ ਜਾਣਗੇ। ਉਹ ਹੁਣ ਚਲਾਤੀ ਮੀਡੀਆ ਨੇ ਉਹ ਵੀ ਉਹ ਬੱਸਾਂ ਭੰਨ, ਹਾਲਾਂਕਿ 1-2 ਗੱਡੀਆਂ ਤੇ ਇਹ ਗੱਲ ਹੋਈ ਆ
ਤੇ ਬਾਲੀ ਪੁਲਿਸ ਵਾਲਿਆਂ ਦੇ ਡਾਂਗ ਵਰਦੀ ਮੈਂ ਨਹੀਂ ਦੇਖੀ, ਪਰ ਉਹਦਾ ਕੀ ਆ ਜੀ, ਤੁਸੀਂ ਦਾਖਲ ਕਰਾ ਤੇ ਐਂ ਕਰਾਉਂਦੇ ਹੁੰਦੇ ਨੇ ਪੁਲਿਸ ਵਾਲਿਆਂ ਨੂੰ, ਜ਼ਖਮੀ ਹੋ ਗਈ ਜੀ, 307 ਹੋ ਗਿਆ ਜੀ, ਜੇ ਹੋ ਗਿਆ। ਮੇਰਾ ਮਸਲਾ ਮਤਲਬ ਪੱਤਰਕਾਰਾਂ ਤੇ ਵੀ ਸੱਟਾਂ ਲੱਗੀਆਂ ਆ, ਲੜਕੀਆਂ ਪੱਤਰਕਾਰਾਂ ਨੂੰ ਵੀ ਉੱਥੇ ਧੱਕਾ ਮੁੱਕੀ ਹੋਈ। ਦੇਖੋ ਉਹਦੇ ਵਿੱਚ ਹੋਇਆ ਹੋ ਇਹ ਸਾਰੇ ਕਾਸੇ ਦੀ, ਪਰ ਮੇਰੇ ਕਹਿਣ ਦਾ ਮਤਲਬ ਤੁਸੀਂ ਇੱਕ ਭਟਕਾ ਵਾਲੇ ਪਾਸੇ ਤਾਂ ਤੁਰ ਗਏ ਨਾ ਜੀ। ਬਿਲਗਾ ਸਾਹਿਬ ਸੰਘਰਸ਼ ਕੀ ਸਿਖਾਉਂਦਾ ਜੀ, ਸੰਘਰਸ਼ ਦੇ ਮੁੱਦੇ ਹੁੰਦੇ ਨੇ ਜੀ, ਉਸ ਦੌਰਾਨ ਨਵੇਂ ਮੁੱਦੇ ਪੈਦਾ ਹੋ ਜਾਂਦੇ ਨੇ, ਸਰਕਾਰ ਕਰ ਦਿੰਦੀ ਆ, ਤੇ ਫਿਰ ਉਹਦੀ ਕੋਸ਼ਿਸ਼ ਇਹ ਹੁੰਦੀ ਆ ਵੀ ਸੰਘਰਸ਼ ਦੇ ਮੁੱਦਿਆਂ ਤੋਂ ਧਿਆਨ ਭਟਕਾ ਕੇ ਜਿਹੜੇ ਦੌਰਾਨ ਪੈਦਾ ਹੋਏ ਮੁੱਦੇ ਨੇ ਸੰਘਰਸ਼ ਨੂੰ ਉਹ ਤੇ ਕੇਂਦਰਿਤ ਕਰ ਦਿਓ, ਉਹਨਾਂ ਤੇ ਸਮਝੌਤਾ ਕਰ ਲਓ, ਬਾਕੀ ਉਸੇ ਤਰ੍ਹਾਂ ਚੱਲਦੇ ਰਹਿਣ ਦਿਓ। ਜਿਵੇਂ ਲੌਂਗੋਵਾਲ ਸਮਝੌਤਾ ਹੋਇਆ, ਜਿਹਨੂੰ ਕਹਿੰਦੇ ਸੀ ਮਤਾ ਆਨੰਦਪੁਰ ਦਾ ਰਸਗੁੱਲਿਆਂ ਨਾਲ ਖਾ ਗਿਆ। ਕਿਸਾਨ ਅੰਦੋਲਨ ਇਸ ਪੱਖੋਂ ਕਾਮਯਾਬ ਰਿਹਾ ਜੀ, ਜਿੰਨੇ ਮਸਲੇ ਪੈਦਾ ਹੋਏ, ਬੜਾ ਰੌਲਾ ਪਾਇਆ ਇਹਨਾਂ ਨੇ, ਤੋੜ ਦਿਓ ਗੱਲਬਾਤ, ਕੋਈ ਗੱਲਬਾਤ ਨਾ ਕਰਿਓ ਜਦੋਂ ਤੱਕ ਦਿੱਲੀ ਮੋਰਚੇ ਵਾਲੇ 26 ਵਾਲੇ ਰਿਹਾ ਨਹੀਂ ਹੁੰਦੇ, ਜਦੋਂ ਤੱਕ ਆ ਨਹੀਂ ਹੁੰਦਾ, ਜਦੋਂ ਤੱਕ ਆ ਨਹੀਂ ਹੁੰਦਾ। ਉਹ ਕਹਿੰਦੇ ਅੰਤਮ ਨਿਪਟਾਰਾ ਹੋਊ ਜਦੋਂ ਇਹ ਸਾਰਿਆਂ ਦਾ ਨਾਲ ਹੋਊ। ਸਾਡੀ ਲੜਾਈ ਤਿੰਨੇ ਕਾਨੂੰਨਾਂ ਤੇ MSP ਤੇ ਆ, ਇਹ ਉਹਨਾਂ ਦੇ ਨਾਲ ਹੋਊ, ਅਸੀਂ ਨਹੀਂ ਤੋਂ ਕੋਸ਼ਿਸ਼ ਕੀਤੀ, ਖਹਿਰਾ ਸਾਹਿਬ ਨੇ ਵੀ ਹੋਰਾਂ ਨੇ ਵੀ ਬਹੁਤ ਕੋਸ਼ਿਸ਼ ਕੀਤੀ। ਇਹ ਜਿਹੜਾ ਮੋਰਚਾ ਇਹਦੀ ਲੀਡਰਸ਼ਿਪ ਉਨੀ ਸਮਝਦਾਰ, ਸਪਸ਼ਟ ਤੇ ਦ੍ਰਿੜ ਨਹੀਂ ਦਿਖਾਈ ਦੇ ਰਹੀ ਮੈਨੂੰ, ਜਿਹਦੇ ਕਰਕੇ ਜਿਹੜੀਆਂ ਦੂਜੀਆਂ ਤਾਕਤਾਂ ਨੇ ਬਾਵਜੂਦ ਹਵਾਰਾ ਸਾਹਿਬ ਦੀ ਚਿੱਠੀ ਦੇ ਬਾਵਜੂਦ ਉਹਨਾਂ ਵੱਲੋਂ ਪੋਜੀਸ਼ਨ ਲੈਣ ਦੇ ਉਹ ਹਟਦੇ ਨੇ ਜੀ। ਉਸ ਤਰ੍ਹਾਂ ਦੀਆਂ ਨੰਗੀਆਂ ਤਲਵਾਰਾਂ ਲਹਿਰਾਉਣ ਦੀ ਗੱਲ ਆ, ਉਹੀ ਨਾਅਰੇ ਲਾਉਣ ਦੀ ਗੱਲ ਆ। ਉਹ ਇੱਕ ਦਿਨ ਰਾਤ ਨੂੰ ਉੱਥੇ ਕੋਈ ਜਲੂਸ ਕੱਢ ਰਿਹਾ, ਪਤਾ ਨਹੀਂ ਕਾਮਰੇਡੀ ਚੱਕ ਦਿਆਂਗੇ, ਧੌਣ ਤੇ ਗੋਡਾ ਰੱਖ ਦਿਆਂਗੇ। ਭਲੇ ਉਹ ਮਾਨਸੋ ਤੁਹਾਡੇ ਕਾਮਰੇਡਾਂ ਖਿਲਾਫ ਸੰਘਰਸ਼ ਆ ਜੀ, ਕਾਮਰੇਡਾਂ ਖਿਲਾਫ ਲੜਾਈ 'ਚ ਮੁੱਦਾ ਪੈਦਾ ਹੋਏ ਨੇ, ਕਾਮਰੇਡਾਂ ਦੀ ਸਰਕਾਰ ਆ ਜਾਂ ਕਾਮਰੇਡਾਂ ਨੇ ਹੁਣ ਕੁਝ ਕਰਨਾ। ਜੇ ਮਾੜੇ ਮੋਟੇ ਜਿਹੜੇ ਕਾਮਰੇਡ ਨੇ, ਕੋਈ ਅੱਜ ਤੁਹਾਡੇ ਖਿਲਾਫ ਨਹੀਂ ਬੋਲ ਰਿਹਾ, ਤੁਸੀਂ ਉਹਨਾਂ ਨੂੰ ਜਾਣ ਕੇ ਉਭਾਰ ਕੇ ਖਿਲਾਫ ਖੜਾ ਕਰ ਰਹੇ ਹੋ। ਸੋ ਇਸ ਕਰਕੇ ਇਹਦੀ ਉਹ ਬਿਨਾਂ ਸ਼ਰਤ ਜਥੇਬੰਦੀਆਂ ਤਾਂ ਹਮਾਇਤ ਦੇ ਰਹੀਆਂ ਨੇ। ਇਸੇ ਕਰਕੇ ਮੈਂ ਇਹ ਕਹਿਣਾ, ਇਹ ਵੀ ਮੋਰਚੇ 'ਚ ਘਚੋਲਾ ਰੋਕਣ ਦੀ ਕੋਸ਼ਿਸ਼ ਕੀਤੀ ਆ, ਮੁੜ ਕੇ ਨਵਾਂ ਘਚੋਲਾ ਪੈਦਾ ਹੋਣ ਦੀ ਕੋਸ਼ਿਸ਼ ਕੀਤੀ, ਜਿਹਦੇ ਕਰਕੇ ਇਹਦੀ ਸਫਲਤਾ ਤੇ ਨਾ ਕੁਐਸਚਨ ਮਾਰਕ ਲੱਗ ਰਹੇ ਨੇ। ਇਸੇ ਕਰਕੇ ਆ ਵੀ ਜਿਹੜੀਆਂ ਦੇਖ, ਜਦੋਂ ਤੁਸੀਂ ਵੱਧ ਤੋਂ ਵੱਧ ਲੋਕਾਂ ਨੂੰ ਨਾਲ ਜੋੜਦੇ ਹੋ ਨਾ ਜੀ, ਉਹਦੇ ਨਾਲ ਫਿਰ ਸਿਆਣਪ ਇਕੱਠੀ ਹੁੰਦੀ ਆ ਜੀ। ਕਿਸਾਨ ਜਥੇਬੰਦੀਆਂ ਇੱਕ ਚੋਂ ਦੂਜੀ ਨਿਕਲੀ, ਦੂਜੀ ਚੋਂ ਤੀਜੀ, ਅਮੀਬੇ ਵਾਂਗੂ ਇੱਕ ਚੋਂ ਨਿਕਲੀਆਂ ਨੇ ਸਾਰੀਆਂ। ਝਾਟ ਮਝੀਟੀ ਵੀ ਕਿੰਨੀਆਂ ਹੁੰਦੀਆਂ ਸੀ, ਪਰ ਜਦੋਂ ਕਹਿੰਦੇ ਉਹ ਖੁਆਰ ਹੋਏ ਸਭ ਮਿਲेंगे, ਜਦੋਂ ਵੱਡਾ ਹਮਲਾ ਹੋਇਆ ਕਾਨੂੰਨਾਂ ਦਾ, ਉਦੋਂ ਸਾਰੇ ਇਕੱਠੇ ਹੋ ਗਏ, ਸਾਰੇ ਮਤਭੇਦ ਭੁੱਲ। ਚਲੋ ਮੋਰਚੇ ਤੋਂ ਬਾਅਦ ਹੁਣ ਫੇਰ ਝਾਟ ਮਝੀਟੀ ਹੋ ਰਹੇ ਨੇ, ਉਹ ਵੱਖਰੀ ਗੱਲ ਆ। ਇਸ ਕਰਕੇ ਜਿਹੜਾ ਸਾਂਝਾ ਸੰਘਰਸ਼ ਲੜਨ ਦਾ ਮਕਸਦ ਹੁੰਦਾ, ਮੰਤਮ ਹੁੰਦਾ, ਤਰੀਕਾਕਾਰ ਹੁੰਦਾ, ਉਹ ਇਸ ਮੋਰਚੇ ਦੀ ਲੀਡਰਸ਼ਿਪ ਨੂੰ ਅਪਣਾਉਣਾ ਚਾਹੀਦਾ, ਕਿਸਾਨ ਘੋਲ ਦੇ ਤਜਰਬੇ ਤੋਂ ਸਿੱਖ ਕੇ। ਜਿਵੇਂ ਤੁਸੀਂ ਹੁਣ ਕਿਸਾਨ ਅੰਦੋਲਨ ਦੀ ਗੱਲ ਜੋੜੀ ਆ, ਆਪਾਂ ਉਹ ਵੀ 26 ਜਨਵਰੀ ਦਾ ਦਿਨ ਦੇਖਿਆ, ਕਹਿ ਸਕਦੇ ਕਿਸਾਨ ਅੰਦੋਲਨ ਦਾ ਉਹ ਜੋ ਬੰਦਾ ਦਿਨ ਸੀਗਾ ਜਿਹੜਾ 26 ਜਨਵਰੀ ਵਾਲਾ। ਕੀ ਤੁਹਾਨੂੰ ਲੱਗਦਾ ਆ ਕਿ ਜਿਵੇਂ ਉਸ ਵੇਲੇ ਵੀ ਗੱਲ ਲੜਾਈ ਖੇਤੀ ਕਾਨੂੰਨਾਂ ਦੀ ਸੀਗੀ, ਲੋਕਾਂ ਨੂੰ ਇਹ ਕਹਿ ਕੇ ਲੈ ਕੇ ਗਏ ਸੀ ਵੀ ਮੋਦੀ ਸਰਕਾਰ ਦੇ ਕਾਨੂੰਨ ਜਿਹੜੇ ਆ ਉਹ ਸਾਡੇ ਖੇਤੀ ਲਈ ਜਾਂ ਸਾਡੇ ਸਮਾਜ ਲਈ ਉਹ ਘਾਤਕ ਨੇ, ਉੱਥੋਂ ਜਾ ਕੇ ਵਿੱਚੋਂ ਆਪਣੇ ਧਰਮ ਦੇ ਮੁੱਦੇ ਜਿਹੜੀ ਸਿਆਸਤ ਵਿੱਚੋਂ ਖੇਡਣੀ ਚਾਹੇ ਖਾਲਿਸਤਾਨ ਦੇ ਮੁੱਦੇ ਮੋਹਰੇ ਆ ਗਏ, ਚਾਹੇ ਜਿਹੜੀ ਲਾਲ ਕਿਲੇ ਤੇ ਸਾਰੀ ਟੀਮ ਗਈ। ਕੀ ਲੱਗ ਰਿਹਾ ਕਿ ਇਸ ਘੋਲ ਦੇ ਵਿੱਚ ਵੀ ਕੋਈ ਇਸ ਤਰ੍ਹਾਂ ਦੀਆਂ ਤਾਕਤਾਂ ਜਾਂ ਚੀਜ਼ਾਂ ਕੰਮ ਕਰਦੀਆਂ ਵੀ ਇਸ ਮੋਰਚੇ ਨੂੰ ਖੰਡਾਉਣ ਲਈ? ਕੱਲ੍ਹ ਇਹ ਜਿਹੜੀਆਂ ਉਹ ਕਾਰਵਾਈਆਂ ਹੋਈਆਂ ਜਾਂ ਜਿਹੜੇ ਵੀ ਮੁੰਡਿਆਂ ਨੇ ਉੱਥੇ ਇਹ ਹੁੱਲੜਬਾਜ਼ੀ ਕੀਤੀ ਆ, ਚਾਹੇ ਪੱਤਰਕਾਰਾਂ ਨਾਲ ਕੁੱਟਮਾਰ ਹੈ, ਚਾਹੇ ਪੁਲਿਸ ਦੀਆਂ ਗੱਡੀਆਂ ਦੀ ਭੰਨ ਤੋੜ ਹੋਈ ਆ, ਵੀ ਇਹ ਸੋਚ ਪਿੱਛੇ ਦੋਨੇ ਪਾਸੇ ਜੇ ਆਪਾਂ ਮਿਲਾ ਕੇ ਦੇਖੀਏ ਤਾਂ ਪਿੱਛੇ ਲੱਗ ਰਿਹਾ ਕੋਈ ਇੱਕੋ ਚੀਜ਼ ਕੰਮ ਕਰ ਰਹੀ ਹੈ? ਨਹੀਂ, ਐ ਨਹੀਂ ਵੀ ਕੋਈ ਇੱਕੋ ਚੀਜ਼ ਕੰਮ ਕਰ ਰਹੀ ਹੈ, ਬਹੁਤ ਸਾਫ਼ ਤੇ ਸਪਸ਼ਟ ਤੌਰ ਤੇ ਆ ਜੀ। ਵੀ ਜਦੋਂ ਇਸ ਮੋਰਚੇ 'ਤੇ ਤੁਸੀਂ ਦੀਪ ਸਿੱਧੂ ਦੇ ਬਰਤਾਂਤ ਨੂੰ ਉਚਿਆ ਰਹੇ ਹੋ ਜੀ, ਕਿਸਾਨਾਂ ਦੀ ਆਲੋਚਨਾ ਕਰ ਰਹੇ ਹੋ ਜੀ, ਫਿਰ ਤੁਸੀਂ ਖਾਲਿਸਤਾਨ ਦੇ ਨਾਅਰੇ ਲਾ ਰਹੇ ਹੋ ਜੀ, ਫਿਰ ਤੁਸੀਂ ਸਾਰਾ ਕੁਝ ਇਹ ਕਰ ਰਹੇ ਹੋ, ਜਾਣੀ ਉਹ ਜਿਹੜਾ ਬਰਤਾਂਤ ਜਿਹੜਾ ਕਿਸਾਨ ਮੋਰਚੇ 'ਚ ਉਖੜ ਗਿਆ ਸੀ ਜੀ, ਉਹ ਬਰਤਾਂਤ ਵਾਲੀ ਇਹ ਤੇ ਭਾਰੂ ਨੇ ਜੀ। ਇੱਕ ਜਾਂ ਠੀਕ ਆ, ਕੁਝ ਠੰਮੇ ਨਾਲ ਚੱਲਦੇ ਨੇ, ਕੁਝ ਇਸੇ ਕਰਕੇ ਉਹਨਾਂ ਨੇ ਮੋਰਚੇ ਨੂੰ ਹੁਣ ਵੀ ਕਹਿ ਰਹੇ ਨੇ ਬਹੁਤ ਵੀ ਕਾਮਰੇਡ ਦੂਰ ਰਹਿਣੇ ਤੋਂ, ਕਾਮਰੇਡ ਮੋਰਚੇ ਤੋਂ ਦੂਰ ਰਹਿਣ। ਤੁਹਾਡਾ ਕੋਈ ਅਕਾਲੀ ਆ ਅੰਮ੍ਰਿਤਸਰ ਦਾ, ਉਹਦੀ ਮੈਂ ਵੀਡੀਓ ਦੇਖੀ ਆ, ਜਾਂ ਮੈਂ ਮੁਜ਼ਾਹਰੇ ਦੀ ਗੱਲ ਕੀਤੀ ਆ, ਪਰ ਜਦੋਂ ਤੱਕ ਤੁਸੀਂ ਉਹ ਸਾਰਾ ਮੋਰਚਾ ਕਾਮਰੇਡਾਂ ਦੇ ਨਹੀਂ ਸੀ, ਇਹ ਤਾਂ ਹੁਣ ਕਹੀ ਜਾਂਦੇ ਨੇ। ਉਹਦੇ ਵਿੱਚ ਕਾਮਰੇਡੀ ਸੋਚ ਵਾਲੀਆਂ ਜਥੇਬੰਦੀਆਂ ਵੀ ਸੀ, ਇਹ ਤਾਂ ਇਨਕਾਰ ਨਹੀਂ ਕੀਤਾ ਜਾ ਸਕਦਾ। ਪਰ ਰਾਜੇਵਾਲ ਕਹਿ ਲਓ, ਤੁਸੀਂ ਕਾਦੀਆਂ ਕਹਿ ਲਓ, ਡੱਲੇਵਾਲ ਕਹਿ ਲਓ, ਪੰਜਾਬ ਦੀਆਂ ਹੋਰ ਜਥੇਬੰਦੀਆਂ ਕਹਿ ਲਓ, ਸਿਰਸਾ ਸਾਹਿਬ ਕਹਿ ਲਓ, ਜਾਂ ਜਿਹੜੀਆਂ ਹਰਿਆਣੇ ਦੀਆਂ ਜਥੇਬੰਦੀਆਂ ਆ ਗਈਆਂ, ਮੁਲਕ ਦੀਆਂ ਜਥੇਬੰਦੀਆਂ ਆ ਗਈਆਂ, ਜਦੋਂ ਸਾਰੀਆਂ ਸਿਰ ਜੋੜ ਕੇ ਬੈਠਦੀਆਂ ਸੀ ਉਹ ਸਹੀ ਪੋਜੀਸ਼ਨ ਲੈ ਲੈਂਦੀਆਂ ਸੀ। ਇਸੇ ਕਰਕੇ ਜਿਹੜੀ ਇੱਕ ਚਿੱਠੀ ਲਿਖੀ ਸੀ ਤਾਰਾ ਤੇ ਭਿਓਰਾ ਨੇ ਜੇਲ੍ਹ ਚੋਂ ਵੀ ਕੋਈ ਵੱਡੀ ਕਮੇਟੀ ਬਣਾਓ ਜਿਹੜੀ ਇਹ ਮੋਰਚੇ ਦੇ ਸੰਬੰਧੀ ਗੱਲਬਾਤ ਕਰਨ ਦਾ, ਸਮਝੌਤਾ ਕਰਨ ਦਾ ਅਖਤਿਆਰ ਰੱਖੇ, ਪਰ ਬੰਦੀ ਸਿੰਘਾਂ ਦੀ ਰਿਹਾਈ ਤੇ ਸਮਝੌਤਾ ਕੋਈ ਨਹੀਂ ਹੋਣਾ ਚਾਹੀਦਾ, ਬਿਨਾਂ ਸ਼ਰਤ ਰਿਹਾਈ ਸਾਨੂੰ ਚਾਹੀਦੀ ਆ। ਕਿਉਂਕਿ ਉਹਨਾਂ ਨੂੰ ਇਹ ਸੀ ਵੀ ਇਹ ਇੱਕ ਸਿਆਸਤ ਨੂੰ ਅੱਗੇ ਉਭਾਰਨ ਲਈ ਇਹ ਕੀਤਾ ਜਾ ਰਿਹਾ ਜੀ। ਦੇਖੋ ਸਿਆਸੀ ਮੋਰਚੇ 'ਚ ਕੋਈ ਰੌਲਾ ਨਹੀਂ, ਹਰ ਇੱਕ ਲੜਾਈ ਸਿਆਸੀ ਹੁੰਦੀ ਆ। ਜੇ ਕਿਸਾਨਾਂ ਨੇ ਘੋਲ ਜਿੱਤਿਆ ਤਾਂ ਕਿਸਾਨ ਜਥੇਬੰਦੀਆਂ ਦਾ ਕੱਦ ਵੀ ਵਧਿਆ,
ਜੇ ਉਹ ਖਿੰਡਰ ਗਏ ਤਾਂ ਉਹਨਾਂ ਦੀ ਆਲੋਚਨਾ ਵੀ ਹੋਈ ਆ। ਜੇ ਇਹ ਮੋਰਚੇ 'ਚ ਸਫਲਤਾ ਮਿਲਦੀ ਆ, ਬਿਨਾਂ ਸ਼ੱਕ ਇਹਨੂੰ ਚਲਾਉਣ ਵਾਲੀਆਂ ਤਾਕਤਾਂ ਜਗਤਾਰ ਸਿੰਘ ਹਵਾਰਾ ਉਹਨਾਂ ਦਾ ਮਾਣ ਤਾਣ ਦੁਨੀਆ 'ਚ ਜੱਗ 'ਚ ਹੋਰ ਵਧੀਆ ਹੋਊ। ਜੇ ਸਫਲ ਨਹੀਂ ਹੁੰਦਾ ਤਾਂ ਉਹਨਾਂ ਕੁ ਨੁਕਸਾਨ ਹੋਊ। ਇਹ ਇਸ ਰੂਪ ਦੇ ਵਿੱਚ ਇਹਨਾਂ ਨੂੰ ਸਮਾਂ ਤੇ ਵੱਧ ਤੋਂ ਵੱਧ ਧਿਰਾਂ ਨੇ ਜਿਹੜੀਆਂ ਉਹਨਾਂ ਨੂੰ ਨਾਲ ਜੋੜ ਕੇ ਰੱਖਣਾ ਚਾਹੀਦਾ। ਪਰ ਇਹਨਾਂ ਨੇ ਖਿਲਾਰਾ ਹੀ ਪਾਇਆ। ਤੁਸੀਂ ਦੇਖੋ ਧਾਮੀ ਸਾਹਿਬ ਆ, ਉਹਦੇ ਨਾਲ ਕੀ ਕੀਤਾ, ਦਾਦੂਵਾਲ ਨੂੰ ਭਜਾਇਆ। ਉੱਥੇ ਹਰਿਆਣਾ ਕਮੇਟੀ ਦਾ ਮੁੱਦਾ ਲੈ ਲਿਆ ਵੀ ਹਰਿਆਣਾ ਕਮੇਟੀ ਤਾਂ ਸਿੱਖ ਵਿਰੋਧੀ ਬਣਾਉਣਾ ਜੀ। ਉਹ ਗੱਲਾਂ ਹੋਰ ਨੇ ਜੀ। ਤੁਸੀਂ ਫਿਰ ਬੱਬੂ ਮਾਨ ਆ, ਉਹਦੀ ਬੇਇੱਜ਼ਤੀ ਕੀਤੀ। ਸੋ ਇਸ ਕਰਕੇ ਕਿਸੇ ਨੂੰ ਵੀ ਬਰਦਾਸ਼ਤ ਕੀਤਾ ਨਹੀਂ ਜਾਂਦਾ ਉੱਥੇ ਆਇਆਂ ਦੇ। ਫਿਰ ਸਾਂਝਾ ਘੋਲ ਕੀ ਹੋਇਆ ਜੀ? ਤੁਸੀਂ ਮੁੱਦਾ ਤੁਸੀਂ ਕਹਿੰਦੇ ਹੋ ਸਾਰੀ ਕੌਮ ਆ ਮੁੱਦਿਆਂ ਤੇ ਇੱਕ ਮੁੱਠ ਹੋਵੇ, ਕੌਮੀ ਇਨਸਾਫ ਮੋਰਚਾ, ਜਿਹਦਾ ਮਤਲਬ ਆ ਮੁੱਦਿਆਂ ਤੇ ਇੱਕ ਹੋਣਾ। ਪਹਿਲਾਂ ਕੋਈ ਕਿੱਧਰ ਤੁਰਦਾ ਰਿਹਾ, ਕੀ ਕਰਦਾ ਰਿਹਾ। ਅੱਜ ਜੇ ਇਹਨਾਂ ਮੁੱਦਿਆਂ ਤੇ ਉਹ ਤੁਹਾਡੇ ਨਾਲ ਆ, ਇਹਨਾਂ ਮੁੱਦਿਆਂ ਤੋਂ ਬਾਹਰਲੀ ਕੋਈ ਗੱਲ ਨਹੀਂ ਕਰਦਾ, ਤੁਹਾਡੇ ਜ਼ਬਤ 'ਚ ਰਹਿ ਕੇ ਚੱਲਣਾ ਚਾਹੁੰਦਾ, ਉਹ ਮੋਰਚੇ ਦਾ ਹਿੱਸਾ। ਬੈਠਣ ਦਿਓ ਅਗਲੇ ਨੂੰ, ਬੈਠਣ ਦਿਓ, ਬੋਲਣ ਦਿਓ, ਜਾਂ ਜੋ ਤੁਹਾਡਾ ਉਹ ਬਣਦਾ ਵੀ। ਇਸ ਤਰ੍ਹਾਂ ਦਾ ਉਹ ਖਰੂ ਪਾਊ ਅੰਸਰ ਆ ਨਾ ਜਿਹੜਾ ਮੰਡੀਰ ਆ, ਜਿਹੜੀ ਉਹਦਾ ਹਾਲੇ ਵੀ ਕਾਫੀ ਦਖਲ ਹੈ ਇਸ ਮੋਰਚੇ 'ਚ ਜੀ। ਆਪਾਂ ਹੁਣ ਗੱਲ ਦੂਸਰੀ ਤੇ ਆ ਜਾਈਏ ਕਿ ਜਿਹੜੀ ਆਪਾਂ ਗੱਲ ਕਰ ਰਹੇ 328 ਸਰੂਪਾਂ ਦੀ ਗੱਲ, ਕੀ ਲੱਗ ਰਿਹਾ ਕਿ ਜਦ ਕਿ ਉਹਨਾਂ ਸਰੂਪਾਂ ਦਾ ਸਰਕਾਰ ਦੇ ਨਾਲ ਤਾਂ ਕੋਈ ਰੌਲਾ ਨਹੀਂ, ਰੌਲਾ ਤਾਂ ਹੈਗਾ ਸ਼੍ਰੋਮਣੀ ਕਮੇਟੀ ਦੇ ਜਿਹੜੀ ਉੱਥੇ ਪ੍ਰਬੰਧਕ ਟੀਮ ਦੇਖ ਰਹੀ ਆ, ਕੀ ਉਹਨੂੰ ਵੀ ਇੱਕ ਮੁੱਦਾ ਵਿੱਚ ਲਿਆਣ ਕੇ ਕੀ ਲੱਗ ਰਿਹਾ ਕਿ ਸਰਕਾਰ ਤੋਂ ਉਹਦਾ ਆਪਾਂ ਕੀ ਇਨਸਾਫ ਲੈ ਸਕਦੇ ਆ? ਮਸਲਾ ਤਾਂ ਸਾਰਾ ਸ਼੍ਰੋਮਣੀ ਕਮੇਟੀ ਦਾ ਜਾਂ ਬਾਦਲਕਿਆਂ ਨੇ ਆਪਣੇ ਚਹੇਤਿਆਂ ਨੂੰ ਜੋ ਸਰੂਪ ਦਿੱਤੇ ਹੋਣਗੇ। ਨਹੀਂ, ਅਸਲ 'ਚ ਉਹ ਸਰੂਪਾਂ ਦੀ ਜਾਂਚ ਲਈ ਕਮੇਟੀ ਬਣੀ ਜੀ, ਉਹਨੇ ਇੱਕ ਨਤੀਜੇ ਕੱਢੇ ਜੀ, ਉਹ ਨਤੀਜੇ ਉਹਨਾਂ ਨੇ ਸਾਹਮਣੇ ਰੱਖਤੇ ਜੀ। ਉੱਥੋਂ ਜਾਂ ਤਾਂ ਤੁਸੀਂ ਗੱਲ ਅੱਗੇ ਵਧਾਓ ਵੀ ਭਾਈ ਇਹਦੇ ਵਿੱਚ ਆਹ ਫਲਾ ਨੇ ਜੀ, ਆਹ ਗੱਲ ਇੱਥੋਂ ਅੱਗੇ ਤੋਰਨੀ ਚਾਹੀਦੀ ਹੈ, ਐਂ ਕਰਨੀ ਚਾਹੀਦੀ ਹੈ, ਐਂ ਕਰਨੀ ਚਾਹੀਦੀ ਆ, ਤਾਂ ਕਿ ਸਹੀ ਗੱਲ ਨਤਾਰੀ ਜਾ ਸਕੇ। ਹੁਣ ਉਸ ਪਾਸੇ ਕੋਈ ਤੁਰਨ ਨੂੰ ਤਿਆਰ ਨਹੀਂ ਜੀ। ਸਮੱਸਿਆ ਤਾਂ ਇੱਥੇ ਖੜੀ ਆ ਵੀ ਗੁਰੂ ਗ੍ਰੰਥ ਸਾਹਿਬ ਦੀ ਬੀੜ ਬਣਨ ਤੋਂ ਪ੍ਰਕਾਸ਼ਿਤ ਹੋਣ ਤੱਕ ਦਾ ਜਿਹੜਾ ਵਰਤਾਰਾ ਸੀ ਇਹਨਾਂ ਨੇ ਸਾਰਾ ਚੇਂਜ ਕਰਤਾ ਜੀ। ਪਹਿਲਾਂ ਕੀ ਸੀ, ਪਿੰਡ ਦੇ ਲੋਕ ਸੀ ਸਤਿਕਾਰ ਨਾਲ ਚਾਹੇ ਬੱਸ 'ਚ ਗੱਡੀ 'ਚ ਬੀੜ ਗੁਰੂ ਗ੍ਰੰਥ ਸਾਹਿਬ ਦੀ ਲੈ ਆਉਂਦੇ ਸੀ, ਜਦੋਂ ਪ੍ਰਕਾਸ਼ ਕਰਦੇ ਸੀ ਉੱਥੇ ਮਰਿਆਦਾ ਲਾਗੂ ਹੋ ਜਾਂਦੀ। ਉਸ ਤੋਂ ਬਾਅਦ ਮਰਿਆਦਾ ਕਿਉਂਕਿ ਪ੍ਰਕਾਸ਼ ਹੋਣ ਤੋਂ ਬਾਅਦ ਮਰਿਆਦਾ ਹੋਣੀ ਹੈ ਨਾ ਜੀ। ਜਦੋਂ ਪੋਥੀ ਸਾਹਿਬ ਦਾ ਪ੍ਰਕਾਸ਼ ਦਰਬਾਰ ਸਾਹਿਬ 'ਚ ਕੀਤਾ, ਮਰਿਆਦਾ ਹੋ ਗਈ। ਗੁਰੂ ਸਾਹਿਬ ਆਪ ਪੁੰਜੇ ਵਹਿ ਗਏ, ਗੁਰੂ ਸਾਹਿਬ ਨੂੰ ਉਸ ਤਰ੍ਹਾਂ ਕੀਤਾ। ਉਹ ਇਹਨਾਂ ਨੇ ਮਰਿਆਦਾ ਚੇਂਜ ਕਰਤੀ। ਜਦੋਂ ਬੀੜ ਦੀ ਜਿਲਦਬੰਦੀ ਹੋ ਗਈ, ਉੱਥੇ ਮਰਿਆਦਾ ਲਾਤੀ। ਉੱਥੇ ਜਦੋਂ ਮਰਿਆਦਾ ਲਾਤੀ, ਫਿਰ ਵੀ 5 ਪਿਆਰੇ ਜਾਣਗੇ ਜੀ, ਉਹ ਗੱਡੀ ਜਾਊਗੀ ਜੀ, ਫਿਰ ਉਹ ਹੈੱਡਕੁਆਟਰ ਤੇ ਜਾਊ ਜਿਹੜਾ ਉਸ ਇਲਾਕੇ ਦਾ, ਫਿਰ ਉਹ ਨਿਰੀਖਣ ਕਰਕੇ ਆਊ ਵੀ ਜਿੱਥੇ ਸੁਸ਼ੋਭਿਤ ਹੋਣਾ ਉੱਥੇ ਠੀਕ ਹੈ ਗੱਲ, ਪ੍ਰਬੰਧ ਠੀਕ ਨੇ, ਜਾਂ ਕਿਸੇ ਨੇ ਵਿਅਕਤੀਗਤ ਬੀੜ ਚਾਹੀਦੀ ਆ ਕਿ ਉਹਨਾਂ ਲਈ ਵੱਖਰਾ ਕਮਰਾ। ਹੁਣ ਐਡਾ ਇੱਕ ਸਿਸਟਮ ਬਣਾਤਾ। ਇਸੇ ਤਰ੍ਹਾਂ ਬਾਹਰ ਲਿਜਾਣ ਤੇ ਇੱਕ ਕੰਟੇਨਰ ਰਾਹੀਂ ਜਾਊ, ਜੇ 10 ਲੱਖ ਰੁਪਏ ਦਾ ਕੰਮ ਬਣ ਗਿਆ। ਹੁਣ ਇਹਦੇ ਵਿੱਚ ਦੋ ਇਹ ਗੱਲਾਂ ਹੋ ਸਕਦੀਆਂ। ਇੱਕ ਤਾਂ ਇਹ ਹੋ ਸਕਦਾ ਵੀ ਉਹਨਾਂ ਨੇ 2 ਨੰਬਰ ਦੇ ਵਿੱਚ, ਕਿਉਂਕਿ ਮੰਨ ਲਓ ਤੁਹਾਡੇ 40 ਟਨ ਕਾਗਜ਼ ਆਇਆ ਜੀ, ਤੁਸੀਂ ਅੰਦਾਜ਼ਾ ਲਾਇਆ ਵੀ ਇਹਦੇ ਵਿੱਚੋਂ ਇੰਨੀਆਂ ਬੀੜਾਂ ਬਣਨਗੀਆਂ ਜੀ, ਵੇਸਟ ਹੁੰਦਾ ਕਾਗਜ਼, ਕਿਸੇ ਮੌਕੇ ਅੰਦਾਜ਼ੇ ਤੋਂ ਵੱਧ ਬੀੜਾਂ ਬਣ ਗਈਆਂ ਜੀ। ਉਹ ਵੱਧ ਬੀੜਾਂ ਅਗਲੇ ਨੇ 2 ਨੰਬਰ 'ਚ ਦੇਤੀਆਂ ਜੀ, ਜੋ ਹੈਗੀ ਆ ਕੀਮਤ ਉਹਦੇ ਨਾਲੋਂ ਵੱਧ ਕੀਮਤ ਅਖਤਿਆਰ ਕਰ ਲਈ, ਕਿਉਂਕਿ ਫਿਰ ਉਹ ਸਾਰਾ ਖਰਚਾ ਨਹੀਂ ਨਾ ਪੈਂਦਾ ਜੀ। ਦੂਜੀ ਗੱਲ ਇਹ ਹੋ ਸਕਦੀ ਆ ਵੀ ਕਾਰਵਾਈ ਦੇ ਦੌਰਾਨ ਉਹਨਾਂ ਦੇ ਵਿੱਚੋਂ ਕੋਈ ਤਕਨੀਕੀ ਗਲਤੀ ਰਹਿ ਗਈ ਹੋਵੇ ਜੀ। ਗੁਰੂ ਗ੍ਰੰਥ ਸਾਹਿਬ ਦੇ ਲੱਖਾਂ ਸਰੂਪ ਨੇ ਜੀ, 328 ਸਰੂਪ ਜਿਹੜੇ ਗੁੰਮ ਹੋ ਗਏ, ਪ੍ਰਬੰਧਕੀ ਗਲਤੀ ਤਾਂ ਹੈ ਜੀ, ਪਰ ਇਹਦੇ ਨਾਲ ਗੁਰੂ ਗ੍ਰੰਥ ਸਾਹਿਬ ਨੂੰ ਕੋਈ ਥੋੜ੍ਹਾ ਬਦਲ ਦੂ ਜੀ। 328 ਲਿਜਾ ਕੇ ਛਪੇ ਹੋਇਆਂ ਦਾ ਕੋਈ ਕੀ ਬਦਲ ਦੂ ਜੀ। ਮਤਲਬ ਤੁਸੀਂ ਇੱਕ ਨੂੰ ਗੱਲ ਨੂੰ ਇਸ ਹੱਦ ਤੱਕ ਵਧਾ ਦਿੰਦੇ ਹੋ ਵੀ ਉਹਦਾ ਫਿਰ ਤੁਹਾਨੂੰ ਕੀ ਇਨਸਾਫ ਨਹੀਂ ਮਿਲਦਾ ਜੀ। ਨਾ ਉਹ ਮੋਰਚੇ ਦਾ ਮੁੱਦਾ ਬਣਦਾ ਸੀ ਜੀ। ਜੇ ਮੋਰਚੇ ਦਾ ਮੁੱਦਾ ਉਹ ਸਿਰਫ ਇਸ ਕਰਕੇ ਕਿਉਂਕਿ ਬਾਦਲਾਂ ਨਾਲ ਇੱਕ ਟਕਰਾ ਜੀ। ਇੱਕ ਸਵਾਲ ਇਹ ਆ ਵੀ ਬਾਦਲਾਂ ਤੋਂ ਸ਼੍ਰੋਮਣੀ ਕਮੇਟੀ ਖੋਣੀ ਆ ਜੀ, ਉੱਥੇ ਇੱਕ ਸਿਆਸਤ ਦਾ ਨਵੀਂ ਧਿਰ ਦਾ ਕਬਜ਼ਾ ਹੋਣਾ ਜੀ, ਇਹ ਉਹਦੇ ਨਾਲ ਸੰਬੰਧਿਤ ਹੋਣ ਕਰਕੇ ਇੱਥੇ ਲਿਆਂਦਾ ਜਾ ਰਿਹਾ ਜੀ। ਇਸੇ ਕਰਕੇ ਫਿਰ ਉਹਨਾਂ ਤੇ ਜਿੰਨਾ ਬਾਦਲ ਦਲ ਚਲੋ ਹੁਣ ਕਾਫੀ ਆਗੂ ਆ ਗਏ, ਪਰ ਨਹੀਂ ਆਉਣਗੇ ਉਹ ਇੱਥੇ। ਜਦੋਂ ਤੁਸੀਂ ਉਹਨਾਂ ਨੂੰ ਇੰਟਰੋਗੇਟ ਕਰਨ ਲੱਗ ਗਏ ਥਾਣੇ ਵਾਂਗੂ, ਪਹਿਲਾਂ ਇਹਦਾ ਜਵਾਬ ਦੇ, ਤੂੰ ਐਂ ਕੀ ਕੀਤਾ, ਤੂੰ ਉਦੋਂ ਐਂ ਕੀ ਕੀਤਾ, ਇਹ ਤਾਂ ਜਵਾਬ ਹੀ ਨਹੀਂ ਹੋ ਇੰਨੇ ਕਿਹਨੇ ਕੀ। ਜੇ ਕੋਈ ਇਹਨਾਂ ਤੋਂ ਸਵਾਲ ਮੰਗਣ ਲੱਗ ਜੇ ਵੀ ਤੁਸੀਂ ਕਿਹਦੇ ਨੁਮਾਇੰਦੇ ਹੋ ਜੀ, ਦੱਸੋ, ਫੇਰ ਪੰਥ ਦੇ ਗਦਾਰ ਆ, ਤੁਸੀਂ ਕੀ ਕੀਤਾ? ਤੁਸੀਂ ਚੱਬਾ ਸਰਬੱਤ ਖਾਲਸਾ ਬਣਾ ਕੇ ਮਤਵਾਦਲ ਜਥੇਦਾਰ ਖੜੇ ਕਰ ਲਏ, ਦੱਸੋ ਜੀ ਉਹਦਾ ਕੀ ਬਣਿਆ? ਤੁਹਾਡੇ ਬਰਗਾੜੀ ਮੋਰਚੇ ਦਾ ਕੀ ਬਣਿਆ? ਤੁਹਾਡੇ ਇਹਦਾ ਕੀ ਬਣਿਆ? ਇਹ ਤਾਂ ਫਿਰ ਉਹ ਤਾਂ ਭੂੰਡਾਂ ਦਾ ਖੱਕਰ ਛੇੜਨ ਦੀ ਗੱਲ ਆ ਨਾ ਜੀ। ਫਿਰ ਸਾਂਝੇ ਘੋਲ ਵਾਲੀ ਗੱਲ ਨਹੀਂ ਬਣਦੀ। ਸਾਂਝੇ ਘੋਲ ਦਾ ਤਾਂ ਮਤਲਬ ਇਹ ਆ, ਸਾਂਝ ਕਰੀਜੇ ਗੁਣਾ ਕੇਰੀ ਛੋੜ ਅਵਗਣ ਚੱਲੀਏ ਜੀ। ਜਿਹੜੇ ਸਾਂਝੀਆਂ ਗੱਲਾਂ ਨੇ ਉਹਨਾਂ ਤੇ ਆਪਾਂ ਇਕੱਠੇ ਚੱਲਦੇ ਆ, ਜਿਹੜੀਆਂ ਵੱਖਰੀਆਂ ਗੱਲਾਂ ਨੇ ਐ ਨਹੀਂ ਵੀ ਉਹ ਮਾੜੀਆਂ ਗੱਲਾਂ ਨੇ, ਮਤਭੇਦ ਵਾਲੀਆਂ ਗੱਲਾਂ ਨੇ, ਉਹਨਾਂ ਨੂੰ ਅਸੀਂ ਪਿੱਛੇ ਰੱਖ ਕੇ ਚੱਲਦੇ ਆ। ਇਹ ਸਾਂਝ ਦੇ ਦੌਰਾਨ ਉਹਨਾਂ ਗੱਲਾਂ ਬਾਰੇ ਵੀ ਸਾਂਝ ਹੋ ਸਕਦੀ ਹੈ। ਸੋ ਇਹ ਪਹੁੰਚ ਮੋਰਚੇ ਨੂੰ ਧਾਰਨ ਕਰਨੀ ਚਾਹੀਦੀ ਹੈ ਜੀ। ਹੁਣ ਆਪਾਂ ਦੂਸਰੇ ਸਵਾਲ ਤੇ ਆਨੇ ਕਿ ਜਿਹੜਾ ਆਮ ਲੋਕਾਂ 'ਚ ਇੱਕ ਧਾਰਨਾ ਪਰਸੈਪਸ਼ਨ ਬਣ ਚੁੱਕੀ ਆ ਵੀ ਜਿਹੜਾ ਬਾਈਬਲ ਕਲਾਂ, ਕੋਟਕਪੁਰਾ ਜਾਂ ਬਰਗਾੜੀ ਦੀ ਜਿਹੜੀ ਆਪਾਂ ਗੱਲ ਕਰਕੇ ਹਟੇ ਆ
ਵੀ ਬਾਦਲਾਂ ਨੂੰ ਧੋਣੋਂ ਫੜ ਕੇ ਅੰਦਰ ਦੇ ਦਿਓ, ਇਹੀ ਇਨਸਾਫ ਆ। ਕੀ ਤੁਹਾਨੂੰ ਲੱਗਦਾ ਆ ਵੀ ਇਹ ਇੱਕ ਸੰਭਵਤਾ ਹੈਗੀ ਆ? ਕੀ ਇਹ ਪੋਸੀਬਲ ਹੈ ਕਾਨੂੰਨ ਦੇ ਵਿੱਚ? ਕੀ ਲੱਗ ਰਿਹਾ ਕਿ ਜਿੱਦਾਂ ਡੇਰਾ ਸਿਰਸਾ ਮੁਖੀ ਦੇ ਉਹ ਜਿਹੜੇ ਉਹਨਾਂ ਦੇ ਸੀਗੇ ਵਰਕਰ ਸੀਗੇ ਜਾਂ ਉਹਨਾਂ ਦੇ ਜਿਹੜੇ ਪੈਰੋਕਾਰ ਸੀਗੇ, ਉਹਨਾਂ ਨੇ ਜਿਸ ਤਰ੍ਹਾਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਉੱਥੋਂ ਚੋਰੀ ਕੀਤੀ, ਉਸ ਤੋਂ ਬਾਅਦ ਬੇਅਦਬੀ ਵਾਲਾ ਸਾਰਾ ਪ੍ਰਕਰਨ ਹੋਇਆ, ਕਿ ਲੋਕਾਂ ਦੇ ਦਿਮਾਗ ਦੇ ਵਿੱਚ ਇੱਕੋ ਗੱਲ ਆ ਵੀ ਬਸ ਬਾਦਲ ਫੜ ਕੇ ਅੰਦਰ ਦੇ ਦਿਓ ਤੇ ਇਹਦਾ ਇਨਸਾਫ ਹੋ ਜਾਣਾ। ਇਹ ਧਾਰਨਾ ਜਿਹੜੀ ਲੋਕਾਂ ਦੇ ਵਿੱਚ ਸਹੀ ਆ ਜਾਂ ਗਲਤ ਆ? ਨਹੀਂ, ਅਸਲ ਦੇ ਵਿੱਚ ਨਾ ਜੀ ਬਿਲਗਾ ਸਾਹਿਬ, ਇਹਦੇ ਪਿੱਛੇ ਗੱਲ ਇਹ ਆ ਜੀ ਵੀ ਸਿੱਖੀ ਦੇ ਤੇ ਗੁਰਬਾਣੀ ਦੇ ਨਾ ਕਈ ਸੰਕਲਪ ਬਦਲੇ ਜਾ ਰਹੇ ਨੇ ਹੌਲੀ ਜੀ। ਮਤਲਬ ਹਰ ਇੱਕ ਗਲਤੀ ਦੀ ਸਜ਼ਾ ਸੋਧਾ, ਹਰ ਇੱਕ ਗਲਤੀ ਦੀ ਸਜ਼ਾ ਫਾਂਸੀ ਜੀ। ਧਰਮ ਬਦਲੀ ਦਾ ਸੰਕਲਪ ਹੀ ਨਹੀਂ ਹੈ ਸਿੱਖ ਧਰਮ ਦੇ ਵਿੱਚ ਜੀ। ਉਹ ਕਹਿੰਦੇ ਤੁਮਕੋ ਤੁਮਾਰਾ ਖੂਬ ਹਮਕੋ ਹਮਾਰਾ ਖੂਬ ਜੀ। ਕੋਈ ਜਨਮ ਜਾਤ ਤਾਂ ਸਿੱਖ ਕੋਈ ਹੈ ਨਹੀਂ ਜੀ। ਸਿੱਖ ਉਦੋਂ ਬਣਦਾ ਜਦੋਂ ਸਿੱਖ ਫਲਸਫੇ ਨੂੰ, ਰਹਿਤ ਮਰਿਆਦਾ ਨੂੰ ਅਪਣਾਉਂਦਾ ਜੀ। ਸਾਬਤ ਸੂਰਤ ਹੁੰਦਾ। ਇੱਕ ਉਹਦਾ ਅਗਲਾ ਪੜਾ ਉਹ ਅੰਮ੍ਰਿਤ ਵੀ ਛਕ ਲੈਂਦਾ ਜੀ। ਹਰ ਇੱਕ ਸਿੱਖ ਲਈ ਅੰਮ੍ਰਿਤ ਛਕੇ ਬਿਨਾਂ ਕੋਈ ਸਿੱਖ ਨਹੀਂ ਬਣਦਾ। ਇਹ ਕੋਈ ਗੱਲ ਸਹੀ ਨਹੀਂ ਹੈ ਗੁਰਬਾਣੀ ਦੇ ਹਿਸਾਬ ਨਾਲ, ਨਾ ਧਰਮ ਪਰਿਵਰਤਨ ਵਾਲੀ ਗੱਲ ਇਹਦੇ ਵਿੱਚ ਇਸ ਤਰ੍ਹਾਂ ਆਉਂਦੀ ਹੈ। ਬਿਲਕੁਲ। ਦੂਜਾ, ਜਦੋਂ ਅਸੀਂ ਸ਼ਬਦ ਗੁਰੂ ਦੀ ਗੱਲ ਕਰਦੇ ਹਾਂ ਜੀ, ਉਦੋਂ ਅਸੀਂ ਕਹਿੰਦੇ ਗੁਰੂ ਸਾਹਿਬ ਨੇ ਦੇਹਧਾਰੀ ਗੁਰੂ ਤੋਂ ਮੁਕਤੀ ਕਰਤੀ ਸਿੱਖਾਂ ਦੀ। ਜੀ। ਸ਼ਬਦ ਗੁਰੂ ਸੁਰਤ ਤੁਮ ਚੇਲਾ, ਜੀ। ਇੱਥੋਂ ਅਸੀਂ ਰੋਸ਼ਨੀ ਲੈਣੀ ਆ, ਸੇਧ ਲੈਣੀ ਆ, ਉਹਦੀ ਰੋਸ਼ਨੀ ਦੇ ਵਿੱਚ ਅਸੀਂ ਚੱਲਣਾ। ਰਾਜਨੀਤੀ ਵੀ ਉਹਦੀ ਰੋਸ਼ਨੀ 'ਚ ਕਰਨੀ ਆ, ਜੀਵਨ ਜਾਚ ਵੀ ਉਹਦੀ ਰੋਸ਼ਨੀ 'ਚ ਕਰਨਾ। ਹੁਣ ਤੁਸੀਂ ਕਹਿਤਾ ਗੁਰੂ ਗ੍ਰੰਥ ਸਾਹਿਬ ਦੀ ਅਗਵਾਈ ਮੰਨਣੀ ਆ ਜੀ, ਕਿਸੇ ਬੰਦੇ ਦੀ ਅਗਵਾਈ ਨਹੀਂ ਮੰਨਣੀ ਜੀ। ਤੇ ਗੁਰੂ ਗ੍ਰੰਥ ਸਾਹਿਬ ਨੇ ਬੋਲ ਕੇ ਅਗਵਾਈ ਥੋੜੋ ਦੇਣੀ ਆ ਜੀ। ਜੇ ਗੁਰੂ ਸਾਹਿਬ ਨੇ 5 ਪਿਆਰੇ ਸਾਜੇ ਜੀ, 5 ਪਿਆਰਿਆਂ ਤੋਂ ਫਿਰ ਬਾਅਦ ਆਪ ਅੰਮ੍ਰਿਤ ਛਕਿਆ ਜੀ। ਇੱਕ ਉਹਨਾਂ ਨੇ ਜਥੇਬੰਦੀ ਦਾ ਇੱਕ ਭਾਵ ਸਾਹਮਣੇ ਕਰਤਾ ਜੀ, ਆਪੇ ਗੁਰਚੇਲੇ ਦੀ ਗੱਲ ਜੀ। ਫਿਰ ਇਹ ਸੰਕਲਪ ਆਇਆ ਵੀ ਸੰਗਤ ਆ ਜਿਹੜੀ 21 ਵਿਸਵੇ ਆ ਜੀ, ਗੁਰੂ 20 ਵਿਸਵੇ ਆ ਜੀ। ਲੀਡਰਸ਼ਿਪ ਤੇ ਸੰਗਤ ਦਾ ਰਿਸ਼ਤਾ ਤੈਅ ਕਰਤਾ ਜੀ, ਵੀ ਅੰਤਮ ਤੌਰ ਤੇ ਜਿਵੇਂ ਕਹਿੰਦੇ ਆ ਸ਼ਾਹ ਮੁਹੰਮਦ ਅੰਤ ਨੂੰ ਉਹੀ ਹੋਣਾ ਜਿਹੜਾ ਕਰੇਗਾ ਖਾਲਸਾ ਪੰਥ ਮੀਆਂ। ਸੰਗਤ ਦੀ ਗੱਲ ਆ, ਪਰ ਜਥੇਬੰਦੀ ਦੀ ਗੱਲ ਤੇ ਲੀਡਰਸ਼ਿਪ ਦੀ ਗੱਲ ਜੀ, ਉਹ ਹਮੇਸ਼ਾ ਐਵੇਂ ਤਾਂ ਹੁੰਦੀ ਆ। ਤੁਸੀਂ ਉਹਨੂੰ ਵੀ ਨਕਾਰ ਰਹੇ ਹੋ ਸਾਰੇ ਕਾਸੇ ਨੂੰ ਜੀ। ਸੋ ਇਸ ਕਰਕੇ ਇਨਸਾਫ ਬਾਰੇ ਜਦੋਂ ਤੱਕ ਤੁਸੀਂ ਸਪਸ਼ਟਤਾ, ਮੈਂ ਕਹਿੰਦਾ ਬਰਗਾੜੀ ਕਾਂਡ ਆ, ਉਹਦੇ ਵਿੱਚ ਬਾਦਲਾਂ ਦੀ ਸਿਆਸਤ ਜ਼ਿੰਮੇਵਾਰ ਆ, ਜਿਹਨੇ ਇੱਕ ਮਾਹੌਲ ਪੈਦਾ ਕੀਤਾ ਜੀ। ਸਿਰਸੇ ਵਾਲੇ ਨਾਲ ਗੱਠਜੋੜ ਕੀਤਾ, ਉਹ ਸਲਾਤਪੁਰੇ ਵਾਲਾ ਕੇਸ ਵਾਪਸ ਲੈ ਲਿਆ ਉਹ ਤੋਂ, ਹੈ ਜੀ। ਮੁੜ ਕੇ ਉਹਦੀ ਉਹ ਫਿਲਮ ਚਲਾਉਣ ਲਈ ਮਤਲਬ ਐਡੇ ਵੱਡੇ ਇੰਤਜ਼ਾਮ ਕੀਤੇ, ਉਹਦੀਆਂ ਫਿਲਮਾਂ ਦੇ ਪੋਸਟਰਾਂ ਤੇ ਸਿਕਿਉਰਿਟੀ ਲਾਤੀ, ਅਕਾਲ ਤਖਤ ਤੋਂ ਮਾਫੀ ਦਵਾਤੀ। ਇੱਕ ਧਿਰ ਨੂੰ ਇਸ ਹੱਦ ਤੱਕ ਤੁਸੀਂ ਉਭਾਰ ਲਿਆ, ਉਹ ਕਹਿੰਦੇ ਜੇ ਸਾਡੇ ਗੁਰੂ ਦੀ ਫਿਲਮ ਨਹੀਂ ਲੱਗਣ ਦਿੰਦੇ ਤਾਂ ਅਸੀਂ ਤੁਹਾਡੇ ਗੁਰੂ ਨੂੰ ਵੀ ਬਖਸ਼ਾਂਗੇ ਨਹੀਂ। ਉਹਦੇ ਵਿੱਚ ਉਹਨਾਂ ਨੇ ਮਿੱਥ ਕੇ ਬੇਇੱਜ਼ਤੀ ਕੀਤੀ ਗੁਰੂ ਗ੍ਰੰਥ ਸਾਹਿਬ ਦੀ। ਉਸ ਕਰਕੇ ਉਹਨਾਂ ਤੇ ਫੋਕਸ ਹੋਣਾ ਚਾਹੀਦਾ। ਜਿੰਨੀ ਪੜਤਾਲ ਹੋਈ ਆ ਉਹਦੇ ਆਧਾਰ ਤੇ, ਜੇ ਤਾਂ ਉਦੋਂ ਅਗਲੀ ਗੱਲ ਤੁਹਾਡੇ ਕੋਲੇ ਆ, ਤੁਸੀਂ ਸਿਰਫ ਪੈਰੋਲ ਤੇ ਰੌਲਾ ਪਾ ਲਿਆ ਉਹਦੀ ਤੇ, ਪੈਰੋਲ ਤਾਂ ਇੱਥੇ ਬਥੇਰੇ ਉਹਨਾਂ ਨੂੰ, ਉਹ ਕਿਹੜਾ ਕਿਸੇ ਸਿੱਖ ਮਸਲੇ 'ਚ ਕੈਦ ਹੋਇਆ ਜੀ? ਸਿੱਖ ਮਸਲੇ 'ਚ ਤਾਂ ਹਾਲੇ ਕੈਦ ਨਹੀਂ ਹੋਇਆ ਜੀ। ਤੁਸੀਂ ਉਹਦੀ ਗ੍ਰਿਫਤਾਰੀ ਦੀ ਮੰਗ ਕਰੋ, ਪ੍ਰੋਡਕਸ਼ਨ ਮੰਟ ਤੇ ਲਿਆਉਣ ਦੀ ਗੱਲ ਕਰੋ। ਜਿਹੜੇ ਦੂਜੇ ਬੰਦੇ ਭਗੌੜੇ ਨੇ, ਜਿਹੜੀ ਉਹਦੀ ਟੀਮ ਆ, ਜਿਹੜਾ ਸਾਹਮਣੇ ਆਇਆ ਵੀ ਕਿੱਥੇ ਵਿਉਂਤ ਬਣੀ, ਕੀ ਹੋਈ, ਕਿੱਥੋਂ ਪੈਸੇ ਆਏ, ਕੀ ਹੈ, ਉਹਨੂੰ ਸਿਰੇ ਲਾ ਦਿਓ। ਤੁਸੀਂ ਮੌੜ ਬੰਬ ਧਮਾਕੇ ਦੀ ਜਾਂਚ ਦੀ ਮੰਗ ਕਰੋ, ਜਿਹੜਾ ਸਰਸੇ ਵਾਲੇ ਡੇਰੇ ਦੇ ਬੂਹੇ ਤੇ ਜਾ ਕੇ ਖੜ ਗਈ ਜੀ। ਜਾਣੀ ਤੁਸੀਂ ਕਲੀਅਰ ਕੱਟ ਗੱਲ ਕਰਕੇ ਫਿਰ ਤਾਂ ਗੱਲ ਕੋਈ ਨਿੱਤਰੂ ਜੀ। ਨਹੀਂ ਤਾਂ ਹੁਣ ਤੱਕ ਬੇਅਦਬੀ ਤੇ ਵੋਟਾਂ ਦੀ ਸਿਆਸਤ ਹੋਈ ਆ, ਇਨਸਾਫ ਦੀ ਸਿਆਸਤ ਨਹੀਂ ਹੋਈ। ਤੁਸੀਂ ਇਨਸਾਫ ਦੀ ਸਿਆਸਤ ਕਰੋ ਤਾਂ ਹੀ ਮਸਲੇ ਨਿਬੜਨਗੇ, ਨਹੀਂ ਤਾਂ ਗੱਲ ਮੁੱਕਣੀ ਓ ਨਹੀਂ ਜੀ। ਬਾਕੀ ਮਸਲੇ ਸਾਰੇ ਕਿੱਡੇ, ਪੰਜਾਬ ਦੇ ਕਿੱਡੇ ਵੱਡੇ ਮਸਲੇ ਨੇ ਤੁਹਾਨੂੰ ਪਤਾ ਸਾਰੇ ਕਾਸੇ ਦੇ। ਇਹ ਅਹਿਮ ਮਸਲਾ, ਇਹਨੂੰ ਨਿਬੇੜਨ ਦਾ ਵੀ ਤਰੀਕਾ। ਬਾਦਲ ਪਰਿਵਾਰ ਨੇ ਜੇ ਸਿਆਸਤ ਕੀਤੀ ਆ ਤਾਂ ਸਿਆਸਤ ਦਾ ਲਾਭ ਲੈਣ ਲਈ ਕੀਤੀ। ਹਾਂ, ਮੈਂ ਕਹਿੰਦਾ ਉਹਨੂੰ ਸਜ਼ਾ ਮਿਲੀ ਆ ਜੀ। ਮੈਂ ਉਹ ਬਾਈਬਲ ਕਲਾਂ ਗੋਲੀ ਕਾਂਡ ਦੀ ਆ, ਪੁਲਿਸ ਅਫਸਰਾਂ ਨੇ ਮਾਰਿਆ। ਤੁਸੀਂ ਦੱਸੋ ਜੀ, ਇਹ ਇੱਥੇ ਤੱਕ ਗੱਲ ਜਾਂਦੀ ਆ। ਜੇ ਤੁਸੀਂ ਕਹੋਗੇ ਬਾਦਲਾਂ ਨੂੰ ਫੜ ਕੇ ਅੰਦਰ ਕਰੋ, ਮੈਂ ਕਹਿੰਦਾ ਇਹ ਵੀ ਪ੍ਰਵਚਨ ਗਲਤ ਆ ਜਿਹੜਾ ਸਿਆਸਤ ਨੇ ਸਿਰਜਿਆ ਨਾ ਜੀ। ਕੋਈ ਵੀ ਮਸਲਾ ਹੁੰਦਾ ਅਗਲਾ ਨਾ ਸਾਡੀ ਸਰਕਾਰ ਆ ਗਈ ਬਾਦਲਾਂ ਨੂੰ ਅੰਦਰ ਕਰਾਂਗੇ ਜੀ। ਬਾਦਲ ਅੰਦਰ, ਜਦੋਂ ਤੁਸੀਂ ਨਿਯਮਾਂ ਦੇ ਅਨੁਸਾਰ ਚੱਲਦੇ ਹੋ, ਬਾਦਲ ਅੰਦਰ ਹੁੰਦੇ ਨਹੀਂ ਜੀ। ਫਿਰ ਤੁਸੀਂ ਇਹ ਕਹੋ ਅਸੀਂ ਇਹ 'ਚ ਇਨਸਾਫ ਕਰਾਂਗੇ। ਕਿੱਡਾ ਵੱਡਾ ਪੁਲਿਸ ਅਫਸਰ ਆ, ਸਿਆਸੀ ਲੀਡਰ ਆ, ਜਿਹੜਾ ਜਿੰਨਾ ਦੋਸ਼ੀ ਹੋਇਆ ਉਹਨੂੰ ਅਸੀਂ ਬਖਸ਼ਾਂਗੇ ਨਹੀਂ। ਇੱਕ ਸੇਧ ਆ, ਜਦੋਂ ਬੰਦਿਆਂ ਤੇ ਮਿੱਥਤੀ ਤੁਸੀਂ ਇਹਨੂੰ ਅੰਦਰ ਕਰਾਂਗੇ, ਇਹਨੂੰ ਅੰਦਰ ਕਰਾਂਗੇ, ਉਹ ਗੱਲ ਕਦੇ ਪੂਰੀ ਹੋਣੀ ਨਹੀਂ ਜੀ। ਜੇ ਸਿਆਸੀ ਗਲਤੀ ਕੀਤੀ ਉਹਨਾਂ ਨੇ, ਸਿਆਸਤ ਕੀਤੀ ਵੋਟਾਂ ਦੀ, ਉਹ ਅਮਰਿੰਦਰ ਵੀ ਰਗੜ ਕੇ ਰੱਖਤਾ, ਬਾਦਲ ਵੀ ਪੂੰਝ ਕੇ ਰੱਖਤੇ ਜੀ। ਹੁਣ ਉਹਨਾਂ ਨੂੰ ਸਜ਼ਾ ਮਿਲ ਗਈ, ਕਾਨੂੰਨੀ ਇਨਸਾਫ ਦੀ ਗੱਲ ਆ ਜਿਹੜੀ, ਉਹਨੂੰ ਨਖੇਰ ਕੇ ਤੁਸੀਂ ਸਾਹਮਣੇ ਲਿਆਓ ਤਾਂ ਕਿ ਮਸਲਿਆਂ ਦਾ ਨਿਪਟਾਰਾ ਹੋਵੇ। ਇੱਕ ਵੱਡਾ ਪੰਜਾਬ ਦਾ ਵਰਤਾਂਤ ਸਿਰਜਿਆ ਜਾਵੇ। ਪੰਜਾਬ ਕੰਗਾਲ ਹੋ ਰਿਹਾ, ਪੰਜਾਬ ਦੇ ਸੁਪਨੇ ਮਾਰਤੇ। ਇੱਕ ਸੁਪਨਾ ਸਿਰਜੋ ਨਾ,
ਉਹ ਆਨੰਦਪੁਰ ਦਾ ਮਤਾ ਹੋਵੇ, ਉਹ ਫੈਡਰਲ ਢਾਂਚੇ ਦਾ ਹੋਵੇ, ਮਤਲਬ ਕੋਈ ਵੀ ਮੈਂ ਕਹਿੰਦਾ ਤੁਸੀਂ ਖਾਲਿਸਤਾਨ ਦਾ ਸੁਪਨਾ ਸਿਰਜ ਲਓ ਜੀ, ਤੇ ਖਾਲਿਸਤਾਨ ਦਾ ਸੁਪਨਾ ਸਿਰਜ ਕੇ ਤੁਸੀਂ ਲੋਕਾਂ ਨੂੰ ਦੱਸ ਦਿਓ ਵੀ ਖੇਤੀ ਮਾਡਲ ਸਾਡਾ ਇਹੋ ਜਿਹਾ ਹੋਊ ਜੀ। ਖਾਲਿਸਤਾਨ ਬਣਨ ਤੇ ਆ ਜਿਹੜਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਹੱਤ ਦੀ ਬਦਖੋਹੀ ਹੋਈ ਆ, ਇਹਨੂੰ ਅਸੀਂ ਐਂ ਠੀਕ ਕਰਾਂਗੇ ਜੀ। ਇਹ ਖਾਲਿਸਤਾਨ ਬਣਨ ਨਾਲ ਪਾਕਿਸਤਾਨ ਨਾਲ ਸਾਡੇ ਇਹ ਚੰਗੇ ਸੰਬੰਧ ਹੋਣਗੇ ਜੀ। ਵਾਹਗਾ ਬਾਰਡਰ ਖੁੱਲੂ ਜੀ, ਸਾਡੀਆਂ ਜ਼ਮੀਨਾਂ ਅਕਵਾਇਰ ਕਰਕੇ ਕੌਮਾਂਤਰੀ ਅੱਡੇ ਬਣਾ ਲੇ, ਹਵਾਈ ਉਡਾਨ ਇੱਕ ਨਹੀਂ ਜਾਂਦੀ ਜੀ ਸਾਡੀ ਜੀ। ਕਿਸਾਨਾਂ ਦੀਆਂ ਜ਼ਮੀਨਾਂ ਤੇ ਸਾਡੇ ਲੱਖਾਂ ਮਹਿੰਗੀਆਂ ਟਿਕਟਾਂ ਖਰੀਦ ਕੇ ਅਸੀਂ ਜਾ ਰਹੇ ਹਾਂ ਜੀ। ਜੋ ਵੀ ਬੇਰੁਜ਼ਗਾਰੀ ਦੀ ਗੱਲ ਆ ਜੀ, ਜਦੋਂ ਸਾਡਾ ਖਾਲਿਸਤਾਨ ਬਣ ਗਿਆ ਤਾਂ ਬੇਰੁਜ਼ਗਾਰੀ ਦੂਰ ਕਰਨ ਲਈ ਅਸੀਂ ਐਂ ਕਰਾਂਗੇ। ਲੋਕਾਂ ਨੂੰ ਜੇ ਉਹ ਗੱਲ ਪਾਉਂਦੀ ਆ, ਤੁਸੀਂ ਉਹ ਮੰਗ ਕਰਦੇ ਹੋ ਸਰਕਾਰਾਂ ਤੋਂ, ਸਰਕਾਰਾਂ ਉਹ ਤੇ ਨਹੀਂ ਆਉਂਦੀਆਂ, ਠੀਕ ਆ, ਲੋਕ ਇਸ ਗੱਲ ਤੇ ਆ ਜਾਣਗੇ ਵੀ ਹੁਣ ਤਾਂ ਖਾਲਿਸਤਾਨ ਦੀ ਲੋੜ ਆ। ਪਰ ਜੇ ਤੁਸੀਂ ਕਹੋ ਮੁੱਦਿਆਂ ਤੇ ਗੱਲ ਨਹੀਂ ਕਰਨੀ, ਜਥੇਬੰਦੀ ਕੋਈ ਬਣਾਉਣੀ ਨਹੀਂ, ਨਾਰਾ ਮਾਰਨਾ ਖਾਲਿਸਤਾਨ ਆਜ਼ਾਦੀ ਗੁਲਾਮ ਆ ਜੀ ਅਸੀਂ। ਅਜਮੇਰ ਸਿੰਘ ਦਾ ਮੈਂ ਇੱਕ ਲੈਕਚਰ ਸੁਣ ਰਿਹਾ ਸੀ, ਉਹ ਇਹਨਾਂ ਦਾ ਬੜਾ ਸਪੋਰਟਰ ਆ, ਉਹ ਕਹਿੰਦੇ ਇਹਨੂੰ ਫੰਡਰ ਸਿਆਸਤ ਕਹਿੰਦੇ ਨੇ, ਨਾਅਰੇਬਾਜ਼ ਸਿਆਸਤ ਕਹਿੰਦੇ ਨੇ। ਮੁੱਦਿਆਂ ਦੀ ਗੱਲ ਨਾ ਕਰੋ, ਜਥੇਬੰਦੀ ਬਣਾਓ ਨਾ, ਇਦੋਂ ਬਿਨਾਂ ਅੰਦੋਲਨ ਖੜਾ ਨਹੀਂ ਹੁੰਦਾ, ਤਾਂ ਨਹੀਂ ਤੁਰਦਾ। ਤੇ ਸਾਡਾ ਦਿਖਾਂਤ ਇਹੀ ਆ, ਜਥੇਬੰਦੀ ਨਾ ਦੀਪ ਸਿੱਧੂ ਦੀ ਸੀ, ਜਥੇਬੰਦੀ ਨਾ ਕੋਈ ਅੰਮ੍ਰਿਤਪਾਲ ਦੀ ਆ, ਪਾਰਟੀ ਕੇਜਰੀਵਾਲ ਦੀ ਵੀ ਹੈ ਨਹੀਂ, ਸਰਕਾਰਾਂ ਹੈਗੀਆਂ ਨੇ ਦੋ, ਪਾਰਟੀ ਇਹਦੀ ਵੀ ਕਿਤੇ ਹੈ ਨਹੀਂ। ਸੋ ਇਸ ਕਰਕੇ ਜਦੋਂ ਤੱਕ ਜਥੇਬੰਦੀ ਨਹੀਂ ਬਣਦੀ, ਜਵਾਬਦੇਹੀ ਨਹੀਂ ਬਣਦੀ, ਇੱਕ ਵਰਤਾਂਤ ਨਹੀਂ ਤੁਸੀਂ ਸਿਰ ਦਿੰਦੇ ਸਮੁੱਚੇ ਤੌਰ ਤੇ, ਜੋ ਪੰਜਾਬ ਲਈ ਵੀ ਭਲੇ ਦੀ ਗੱਲ ਹੋਵੇ, ਮੁਲਕ ਲਈ ਵੀ ਭਲੇ ਦੀ ਗੱਲ ਹੋਵੇ। ਮੁਲਕ ਵੀ ਤੁਹਾਡੇ ਨਾਲ ਆ, ਮਤਲਬ ਆਉਂਦੇ ਹੀ ਰਿਹਾ ਨਾਲ ਜਦੋਂ ਤੱਕ ਆਪਾਂ ਚੱਲਦੇ ਰਹੇ। ਸੋ ਇਹੋ ਜਿਹਾ ਇੱਕ ਵਰਤਾਂਤ ਸਿਰਜਣ ਦੀ ਲੋੜ ਆ। ਇਹ ਆਪਣੀ ਗੱਲਬਾਤ ਨਾਲ ਜੁੜਦੀ ਦੇ ਨਾਲ ਇੱਕ ਸਵਾਲ ਹੋਰ ਜੁੜਦਾ ਕਿ ਹਰਨੇਕ ਸਿੰਘ ਮਹਿਮਾ ਨੇ ਕਿਸਾਨ ਜਥੇਬੰਦੀਆਂ ਦੇ ਬੂਟਾ ਸਿੰਘ ਬੁਰਜਗਿੱਲ ਤੇ ਇੱਕ ਉਂਗਲ ਚੱਕੀ ਆ ਕਿ ਇਹ ਤੋਮਰ ਦੀ ਪਤਨੀ ਇਹਨਾਂ ਨੂੰ ਪੈਗ ਬਣਾ ਕੇ ਦਿੰਦੀ ਰਹੀ ਆ, ਰੋ ਰੋ ਕੇ ਉਹਨੇ ਦੱਸਿਆ। ਕੀ ਲੱਗ ਰਿਹਾ ਕਿ ਜਿਵੇਂ 2024 ਦੀ ਮੂਹਰੇ ਇਲੈਕਸ਼ਨ ਆ ਰਹੀ ਆ, ਜਥੇਬੰਦੀਆਂ ਫਿਰ ਆਪਣੇ ਮੰਗਾਂ ਨੂੰ ਲੈ ਕੇ ਇਕੱਠ-ਮੱਠ ਕਰ ਰਹੀਆਂ ਨੇ, ਵੀ ਇੱਦਾਂ ਦੇ ਬਿਆਨ ਆਉਣੇ ਜਾਂ ਇਸ ਸਮੇਂ 'ਤੇ ਆਉਣੇ ਜਾਂ ਇੱਕ ਕੇਂਦਰੀ ਲੀਡਰ ਦੀ ਪਤਨੀ ਦੇ ਵੱਲ ਉਂਗਲੀ ਉਠਾਉਣੀ ਜਨਤਕ ਤੌਰ ਤੇ, ਇਹ ਸਾਰੇ ਪ੍ਰਕਾਰ ਨੂੰ ਤੁਸੀਂ ਕਿੱਦਾਂ ਦੇਖਦੇ ਆ? ਅਸਲ 'ਚ ਨਾ ਜੀ ਜਿਹੜੀਆਂ ਕਿਸਾਨ ਜਥੇਬੰਦੀਆਂ ਨੇ ਇਹ ਆਰਥਿਕਵਾਦੀ ਲੀਹ ਤੇ ਚੱਲਦੀਆਂ ਨੇ ਜੀ। ਨਾ ਤਾਂ ਇਹਨਾਂ ਕੋਲ ਸਮਾਜਿਕ ਮੁੱਦੇ ਇਹਨਾਂ ਨੇ ਲਏ ਨੇ ਹੁਣ ਤੱਕ ਜੀ, ਨਾ ਇਹਨਾਂ ਨੇ ਪੰਜਾਬ ਦੇ ਮੁੱਦੇ ਲਏ ਨੇ ਜੀ, ਕਿਸੇ ਤਰ੍ਹਾਂ ਦੇ ਸਮਾਜਿਕ ਸਿਆਸੀ, ਨਾ ਇਹਨਾਂ ਨੇ ਕੋਈ ਸਿਆਸਤ ਦੇ ਵਿੱਚ ਦਖਲਅੰਦਾਜ਼ੀ ਕੀਤੀ ਹੈ ਜੀ। ਇਹ ਰੁਪਏ ਪੈਸੇ ਦੀ ਲੜਾਈ ਲੜਦੇ ਨੇ ਜੀ। ਜਦੋਂ ਆਨੰਦਪੁਰ ਦਾ ਮੋਰਚਾ ਲੱਗਿਆ ਹੋਇਆ ਸੀ, ਇਹਨਾਂ ਨੇ ਬਰਾਬਰ ਚੰਡੀਗੜ੍ਹ ਮੋਰਚਾ ਲਾਇਆ ਜੀ ਕਿ ਕਿਸਾਨੀ ਜਿਣਸਾਂ ਦੇ ਭਾਅ ਕੀਮਤ ਸੂਚਕਾਂਕ ਨਾਲ ਜੋੜੋ ਜੀ, ਉਹ ਤੋਂ ਕੁਝ ਨਿਕਲਿਆ ਨਹੀਂ ਜੀ। ਫਿਰ ਮੁੜ ਕੇ ਸਵਾਮੀਨਾਥਨ ਵਾਲੀ ਰਿਪੋਰਟ ਲਾਤੀ ਜੀ, ਉਹ ਤੋਂ ਕੁਝ ਨਿਕਲਿਆ ਨਹੀਂ ਜੀ। ਬਾਕੀ ਲੋਕਲ ਮਸਲੇ ਚਲੋ ਲੜਦੇ ਰਹਿੰਦੇ ਨੇ ਜੀ। ਮਤਲਬ ਹੁਣ ਜਿਵੇਂ ਇਹ ਕਹਿਣਾ ਵੀ ਪਰਾਲੀ ਸਾੜਾਂਗੇ ਅਸੀਂ, ਨਹੀਂ ਸਾਨੂੰ ਪੈਸੇ ਦਿਓ ਜੀ। ਮੈਂ ਕਹਿੰਦਾ ਪੈਸੇ ਠੀਕ ਆ, ਖਰਚੇ ਦੀ ਗੱਲ, ਪਰ ਇਹ ਤੁਹਾਡਾ ਵੀ ਉਨੀ ਫਿਕਰ ਹੈ ਨਾ ਜਿੱਦਾਂ ਸਰਕਾਰ ਦਾ ਸਮਾਜ ਦਾ ਫਿਕਰ ਹੈ। ਪੋਲਿਊਸ਼ਨ ਦੀ ਗੱਲ ਆ, ਸਾਨੂੰ ਬਿਜਲੀ ਫਰੀ ਦਿਓ, ਸਿੰਜਾਈ ਸਿਸਟਮ ਤਹਿਸ਼ ਨਹਿਸ਼ ਹੋ ਗਿਆ, ਉਹਦੇ ਬਾਰੇ ਜਿੰਨਾ ਪੰਜਾਬ ਨੂੰ ਪਾਣੀ ਮਿਲਦਾ ਉਹਦੀ ਖਾਤਰ ਤੁਸੀਂ ਉਹਦੀ ਵਰਤੋਂ ਵੀ ਨਹੀਂ ਕਰਦੇ ਜੀ। ਇਸ ਆ ਜਿਹੜਾ 1000 ਕਰੋੜ ਦਾ ਸਿੰਜਾਈ ਘਪਲ ਇਹ ਕੀ ਆ? ਕਾਗਜ਼ਾਂ 'ਚ ਨਾਲੇ ਸਾਫ਼ ਕਰਤੇ, ਮੁਰੰਮਤ ਬਣਾਤੀ, ਮਿੱਟੀ ਚੱਕ ਲਈ, ਮਿੱਟੀ ਪਾਤੀ, ਪ੍ਰੈਕਟੀਕਲੀ ਹੈ ਹੀ ਨਹੀਂ ਕੁਛ, ਜਿਹਦੇ ਵਿੱਚੋਂ ਸਾਰੀ ਲੁੱਟ ਦੀ ਖਾਣ ਬਣਿਆ ਹੋਇਆ ਜੀ। ਖੇਤੀ ਮਾਡਲ ਨੂੰ ਬਦਲਣ ਦੀ ਗੱਲ ਆ ਜੀ, ਉਹਦੇ ਬਾਰੇ ਤੁਸੀਂ ਕਹਿੰਦੇ ਸਾਨੂੰ ਨਹੀਂ ਪਤਾ, ਅਸੀਂ ਤਾਂ ਜਿੰਨੀ ਪੈਦਾ ਕਰਾਂਗੇ ਜੀ ਤੁਸੀਂ ਕਰ ਲਓ ਜੀ। ਕੀਮਤ ਆਪਣੀ ਜਿਹੜੀ MSP ਤੈਅ ਕਰਨ ਦੀ ਆ, ਕਿਸਾਨ ਅੰਦੋਲਨ ਜਥੇਬੰਦੀ ਕੋਲੇ ਆਪਦੀ ਕੋਈ ਸਮਝ ਨਹੀਂ ਵੀ ਕਿਵੇਂ ਤੈਅ ਹੋਊ ਜੀ, ਕਿਉਂਕਿ ਜੇ ਖੇਤੀ ਸਾਂਝੀ ਨਹੀਂ, ਸਾਂਝੇ ਕਾਨੂੰਨ ਨਹੀਂ ਬਣ ਸਕਦੇ ਜੀ। ਲਾਗਤ ਕੀਮਤ ਅੱਡ ਅੱਡ ਆ। ਪੰਜਾਬ 'ਚ 2000 ਰੁਪਇਆ ਕਣਕ ਦੇ ਕੇ ਇਹ ਕਹਿੰਦੇ 3000 ਲਾਗਤ ਕੀਮਤ, ਸਾਨੂੰ ਤਾਂ ਕਰਜ਼ਾਈ ਬਣਾ ਲਿਆ। ਜਿੱਥੇ ਸਸਤੀ ਪੈਦਾ ਹੁੰਦੀਆਂ ਨੇ ਉੱਥੇ MSP ਲਾਗੂ ਨਹੀਂ ਕੀਤੀ ਜੀ। ਸੋ ਇਹ ਆਰਥਿਕਵਾਦੀ ਟੋਲੇ ਨੇ। ਅਸਲ 'ਚ ਚਾਹੀਦਾ ਤਾਂ ਸੀ ਇਹ ਕਿਸਾਨ ਅੰਦੋਲਨ ਤੋਂ ਸਬਕ ਸਿੱਖਦੇ ਜੀ। ਫੈਡਰਲ ਢਾਂਚੇ ਦੀ ਗੱਲ ਆਈ ਸੀ ਨਾ, ਤੁਹਾਨੂੰ ਕਾਨੂੰਨ ਬਣਾਉਣ ਦਾ ਹੱਕ ਨਹੀਂ। ਪਹਿਲਾਂ ਕਿੰਨੇ ਬਣਾਏ ਨੇ ਜਿਹੜੇ, ਉਹ ਵੀ ਤੁਹਾਡੀ ਸੋਚ ਦਾ ਪਾਰਟ ਬਣਨਾ ਚਾਹੀਦੇ ਆ। ਖੇਤੀ ਸੰਬੰਧੀ ਵੀ ਜਿੰਨੇ ਬਣਾਏ ਨੇ ਜੀ। ਦੂਜਾ ਉਹਨਾਂ ਨੇ ਕਿਹਾ ਸੀ ਵੋਟ ਦੀ ਚੋਟ ਜੀ, ਜਿਹੜੀ ਸਿਆਸਤ ਆ ਜਿਹੜੀ ਜਦੋਂ ਗੱਲਬਾਤ ਲੰਮੀ ਲਮਕ ਗਈ ਸੀ, ਇਹਨਾਂ ਨੇ ਫਿਰ ਵੋਟ ਦੀ ਚੋਟ ਲਿਆਂਦੀ ਜੀ। ਉਦੋਂ ਮੋਦੀ ਸਾਹਮਣੇ ਜਿਹੜਾ ਕਿਸਾਨ ਅੰਦੋਲਨ ਦਾ ਵਰਤਾਂਤ ਸੀ ਉਹ ਸਭ ਤੋਂ ਵੱਡਾ ਖਤਰਾ ਸੀ ਵੀ ਜਿਹੜੇ ਰਾਹ ਤੁਰ ਪਏ, ਹਿੰਦੂ ਮੁਸਲਮ ਕਾਰਡ ਜਾਮ ਕਰਤਾ, ਖਾਲਿਸਤਾਨ ਵਾਲਾ ਜਾਮ ਕਰਤਾ। ਰਾਜਸਥਾਨ ਵਾਲੇ ਕਹਿੰਦੇ ਵੀ ਜਿਹੜੇ ਲੜ ਰਹੇ ਨੇ ਜੇ ਖਾਲਿਸਤਾਨੀ ਨੇ, ਅਸੀਂ ਇਹਨਾਂ ਤੋਂ ਪਹਿਲਾਂ ਖਾਲਿਸਤਾਨੀ ਆ। ਸੋ ਇੱਕ ਤਰਫਾ ਉਹਨਾਂ ਨੇ ਵਾਪਸ ਲੈ ਲਏ, ਪਰ ਉਸ ਤੋਂ ਬਾਅਦ ਉਸ ਵਰਤਾਂਤ ਦੇ ਉੱਤੇ ਕਿਸਾਨ ਜਥੇਬੰਦੀਆਂ ਪਹਿਰਾ ਨਹੀਂ ਦੇ ਸਕੀਆਂ। ਹੁਣ ਜਿਹੜੀ ਇਹਨਾਂ ਦੀ ਲੜਾਈ ਆ, ਮੈਨੂੰ ਤਾਂ ਹਾਸੀ ਆਉਂਦੀ ਆ। ਉਹ ਮੀਟਿੰਗ ਐ ਸੱਦੀ ਸੀ ਜੀ, ਏਜੰਡਾ ਉਹ ਚਾਹ ਰੱਖ ਲਿਆ ਜੀ, ਉਹਨਾਂ ਨੂੰ ਕੱਢਤਾ ਜੀ, ਰੁਪਏ ਪੈਸੇ ਦਾ ਹਿਸਾਬ ਕਿਤਾਬ
ਠੀਕ ਸੀ ਇਹਨਾਂ ਦਾ, ਪਰ ਹਾਲੇ ਤੱਕ ਜਨਤਕ ਕਿਉਂ ਨਹੀਂ ਦਿੱਤਾ ਜੀ? ਜੀ ਫਿਰ ਇੱਕ ਹੋਰ ਕਮੇਟੀ ਬਣਾ ਲਈ ਵੀ ਇਹ ਕਿਸਾਨ ਅੰਦੋਲਨ 'ਚ ਗੜਬੜਾਂ ਦੀ ਜਾਂਚ ਕਰੂ। ਕਮੇਟੀ ਉਹ ਕਿਸਾਨ ਅੰਦੋਲਨ ਦੇ ਵਿੱਚ ਉਸ ਤਰ੍ਹਾਂ ਉਹਦਾ ਪਾਰਟ ਹੀ ਨਹੀਂ ਸੀ ਉਹ। ਉਹਨਾਂ ਨੇ ਇੱਕ ਚਿੱਠੀ ਲਿਖਤੀ, ਜਥੇਬੰਦੀਆਂ ਤੋਂ ਜਵਾਬਦੇਹੀ ਮੰਗਣ ਲੱਗ ਗਏ। ਜਥੇਬੰਦੀਆਂ ਤੋਂ ਜਵਾਬਦੇਹੀ ਕੀ ਮੰਗਣੀ ਆ? ਤੁਸੀਂ ਕਿਸਾਨ ਲੀਡਰਸ਼ਿਪ ਸੰਯੁਕਤ ਮੋਰਚੇ ਦੀ ਇਕੱਠੀ ਹੋਵੋ, ਇਕੱਠੀ ਹੋ ਕੇ ਤੁਸੀਂ ਇੱਕ ਫੈਸਲਾ ਕਰੋ ਵੀ ਆਹ ਆਪਾਂ ਤੋਂ ਘਾਟਾ ਨਹੀਂ ਆ, ਆਹ ਸਮਝ ਦੀ ਘਾਟ ਕਰਕੇ ਹੋਈਆਂ, ਗਲਤ ਸਮਝ ਕਰਕੇ ਹੋਈਆਂ, ਅਣਜਾਣਪਣੇ 'ਚ ਹੋਈਆਂ, ਉਹਦਾ ਇੱਕ ਮਤਾ ਸਾਹਮਣੇ ਲਿਆਓ। ਨਾ ਹਾਲੇ ਤੱਕ ਖਾੜਕੂ ਲਹਿਰ ਦਾ ਵਿਸ਼ਲੇਸ਼ਣ ਹੋਇਆ, ਨਾ ਕਿਸਾਨ ਅੰਦੋਲਨ ਦੀ ਜਿੱਤ ਦਾ ਵਿਸ਼ਲੇਸ਼ਣ ਹੋਇਆ, ਉਹਦੇ ਬਾਰੇ ਜੋ ਜਿਵੇਂ ਮਰਜ਼ੀ ਕਹੀ ਜਾਵੇ। ਇਹ ਇਸ ਕਰਕੇ ਇੱਕ ਸਾਂਝਾ ਵਰਤਾਂਤ ਸਿਰਜਣ ਦੀ ਲੋੜ ਆ। ਇਹ ਕੋਰਾ ਝੂਠ ਆ। ਇਹ ਬੰਦਿਆਂ ਨੇ ਨਾ ਤਾਂ ਅੰਦੋਲਨ ਲੜੇ ਨੇ ਜੀ, ਕਹਿੰਦੇ ਏਜੰਸੀਆਂ ਨਾਲ ਲਿੰਕ ਸੀ। ਕਿਹੜਾ ਅੰਦੋਲਨ ਆ ਜਿਹੜੇ ਲੀਡਰਾਂ ਦਾ ਏਜੰਸੀਆਂ ਦੇ ਬੰਦਿਆਂ ਨਾਲ ਲਿੰਕ ਨਹੀਂ ਹੁੰਦਾ? ਬੈਕਡੋਰ ਗੱਲਬਾਤ ਨਹੀਂ ਚੱਲਦੀ। ਪੁੱਛਦੇ ਨੇ, ਇੱਕ ਸੁਨੇਹਾ ਦਿੰਦੇ ਨੇ, ਲੈਂਦੇ ਨੇ, ਬਣਦੀਆਂ ਜੀ। ਮਤਲਬ ਤੁਸੀਂ ਆਹ ਛੋਟੇ ਅੰਦੋਲਨ ਨੇ ਤੇ CID ਵਾਲੇ ਨੇ, ਦੱਸੋ ਤੁਹਾਡਾ ਕੀ ਪ੍ਰੋਗਰਾਮ ਆ? ਉਹ ਉਹਨਾਂ ਨੂੰ ਦੱਸਦੇ ਨੇ, ਉਹਨਾਂ ਨੂੰ ਦੱਸਦੇ ਨੇ। ਤੁਸੀਂ ਕੋਈ ਚੋਰੀ ਦੇ ਪੁੱਤ ਗੱਭਰੂ ਥੋੜੋ ਕਰਨੇ ਆ। ਅੰਤਮ ਫੈਸਲਾ ਤਾਂ ਉਹੀ ਹੋਊ ਨਾ ਜਿਹੜਾ SKM ਕਰੂ। ਉਦੋਂ ਪਹਿਲਾਂ ਗੱਲਾਂ ਬਾਤਾਂ ਟੋਹਦੇ ਨੇ ਇੱਕ ਦੂਜੇ ਨੂੰ, ਤਲਕਾਉਂਦੇ ਨੇ, ਟੋਹਦੇ ਨੇ, ਤਲਕਾਉਂਦੇ ਨੇ। ਉਹ ਚਿੱਠੀਆਂ ਲਿਖੀਆਂ ਗਈਆਂ ਜੀ, ਉਹ ਸਾਰੀਆਂ ਮੋਰਚੇ 'ਚ ਆ ਗਈਆਂ, ਨਿਬੜ ਗਈਆਂ। ਹੁਣ ਤੁਸੀਂ ਜਥੇਬੰਦੀਆਂ 'ਚੋਂ ਮਸਲੇ ਲਿਆਂਦੇ। ਸੋ ਇਸ ਕਰਕੇ ਬਹੁਤ ਮਤਲਬ ਜਿਹਨੂੰ ਆਪਾਂ ਕਹਿੰਦੇ ਕਚੈਣ ਦੇ ਲੈਵਲ ਤੇ ਇੱਕ ਦੂਜੇ ਤੇ ਦੋਸ਼ ਲਾ ਰਹੇ ਨੇ ਵਿਅਕਤੀਗਤ। ਉਹ ਪੈਸੇ ਖਾ ਗਿਆ ਜੀ, ਉਹ ਫਲਾਨਾ ਕਰ ਗਿਆ ਜੀ। ਹੁਣ ਇਹਦਾ ਲਾਹਾ ਲੈ ਕੇ ਦੀਪ ਸਿੱਧੂ ਵਾਲੇ ਪੋਸਟਾਂ ਪਾਉਣ ਲੱਗ ਗਏ। ਆਹ ਦੇਖ ਲਓ ਜੀ, ਆਹ ਕਿਸਾਨ ਲੀਡਰ, ਦੂਜੇ ਪਾਸੇ ਉਹ ਸ਼ਹੀਦ। ਹੁਣ ਉਹ ਫਿਰ ਕਹਿਣ ਲੱਗ ਗਏ ਆਹ ਸਿੱਧੂ ਜਿਹੜਾ ਕੁੜੀ ਨਾਲ ਸੀ, ਜਿਹਦੀ ਗੱਡੀ 'ਚੋਂ ਸ਼ਰਾਬ ਦੀਆਂ ਬੋਤਲਾਂ ਨਿਕਲੀਆਂ। ਯਾਰ ਇਹ ਕੋਈ ਸਿਆਸੀ ਵਰਤਾਂਤ ਨੇ, ਕੋਈ ਸਮਝਦਾਰੀ ਵਾਲੀ ਗੱਲ ਨੇ? ਬੰਦੇ ਦਾ ਬੰਦਾ ਤੇ ਬੰਦੇ ਦਾ ਵਿਰੋਧੀ ਇਹ ਬ੍ਰਾਹਮਣਵਾਦੀ ਆ। ਵਿਚਾਰ ਜੋੜੋ, ਵਿਚਾਰ ਅਪਣਾਓ, ਵਿਚਾਰ ਨੂੰ ਸੁਧਾਰੋ। ਫਿਰ ਤੁਸੀਂ ਤੁਸੀਂ 10 ਨੂੰ ਕੱਢਤਾ, 10 ਨਵੇਂ ਜੋੜ ਲਏ। ਸੱਪ ਲੰਮਾ ਗੋ ਚੌੜੀ, ਨਿਕਲਿਆ ਕੀ ਜੀ? ਹੁਣ ਇੱਕ ਅਸਲ 'ਚ ਨਾ ਜੀ ਇਹਨਾਂ ਦੇ ਪਿੱਛੇ ਜਿਹੜੀਆਂ ਸਿਆਸੀ ਤਾਕਤਾਂ ਨੇ, ਇਹ ਵਰਤਾਰੇ ਤਾਂ ਉਹਨਾਂ ਦੇ ਨੇ। ਇੱਕ ਜਥੇਬੰਦੀ ਸੀ ਨਾ, ਜਦੋਂ ਮਾਨ ਲੱਖੋਵਾਲ ਤੇ ਰਾਜੇਵਾਲ ਹੁੰਦੇ ਸੀ, ਮਾਨ ਰਾਜ ਸਭਾ ਦੀ ਸੀਟ ਲੈ ਗਿਆ, ਅੱਡ ਹੋ ਗਏ। ਇੱਕ ਜਥੇਬੰਦੀ ਸੀ ਸਾਰੇ ਖੱਬੇ ਪੱਖੀ, ਉਹਦੇ ਵਿੱਚ ਸੀ ਲੱਖੋਵਾਲ ਮੰਡੀ ਬੋਰਡ ਸਾਂਭ ਗਿਆ 10 ਸਾਲ, ਉਹ ਤੋਂ ਰਾਜੇਵਾਲ ਅੱਡ ਹੋ ਗਿਆ। ਰਾਜੇਵਾਲ ਚਲੋ ਫੇਰ ਵੋਟਾਂ 'ਚ ਮੰਡੀ ਬੋਰਡ ਦੀ ਸਿਆਸਤ ਕੱਢਣ ਲੱਗਿਆ, ਸਿੱਧੂਪੁਰ ਅੱਡ ਹੋ ਗਿਆ। ਸਾਰੇ ਖੱਬੇ ਪੱਖੀ ਪਹਿਲੀ ਤੋਂ ਲੈ ਕੇ ਸਿੱਧੂਪੁਰ ਤੱਕ ਆਉਂਦੇ ਰਹੇ। ਜਦੋਂ ਸਿੱਧੂਪੁਰ ਨੇ ਵੀ ਇਹਨਾਂ ਦੀ ਗੱਲ ਨਾ ਚੱਲਣ ਦਿੱਤੀ, ਖੱਬੇ ਪੱਖੀ, ਫਿਰ ਸਾਰੀਆਂ ਅੱਡ ਹੋ ਗਈਆਂ। ਅੱਡ ਹੋਣ ਤੋਂ ਬਾਅਦ ਨਾਲ ਏਕਤਾ ਲਾ ਲਿਆ ਸਭ ਨੇ। ਜਿਹੜੀਆਂ 32 ਜਥੇਬੰਦੀਆਂ ਸੀ 54 ਹੋ ਗਈਆਂ ਹੁਣ ਅੰਦੋਲਨ ਦੇ ਦੌਰਾਨ। ਸੋ ਇਸ ਕਰਕੇ ਇਹਨਾਂ ਨੂੰ ਆਪਣੀ ਮਾਰਗ ਸੇਧ ਬਦਲਣ ਦੀ ਲੋੜ ਆ ਕਿਸਾਨ ਜਥੇਬੰਦੀਆਂ ਨੂੰ। ਇਹਨਾਂ ਦਾ ਵਰਤਾਂਤ ਬਿਲਗਾ ਜੀ ਤੁਰੇ ਕੀ ਸੀ? ਇਹ ਬਿੱਲ ਰੱਦ ਕਰਾਉਣ ਦੀ ਇਹਨਾਂ ਦੀ ਮੰਗ ਨਹੀਂ ਸੀ ਜੀ। ਇਹ ਕਹਿੰਦੇ ਸੀ ਇੱਕ ਬਿੱਲ ਦੇ ਹੇਠਾਂ ਲਿਖ ਦਿਓ MSP ਪਹਿਲਾਂ ਵਾਂਗੂ ਜਾਰੀ ਰਹੂ ਜੀ। ਇਹ ਤਾਂ ਜਦੋਂ ਸੰਘਰਸ਼ ਚੱਲਿਆ, ਸੰਘਰਸ਼ ਤੋਂ ਸਿੱਖੇ ਨਾ ਜੀ। ਜੇ ਆਹ ਮੋਰਚੇ ਵਾਲੇ ਸਿੱਖਣ ਸੰਘਰਸ਼ ਦੇ ਵਿੱਚੋਂ, ਇਹ ਵੀ ਗੱਲਾਂ ਨਤਾਰ ਸਕਦੇ ਨੇ, ਸਹੀ ਪਾਸੇ ਲਿਜਾ ਸਕਦੇ ਨੇ। ਅੰਤਮ ਤੌਰ ਤੇ ਕਿੱਥੇ ਜਾ ਕੇ ਨਿਪਟਾਰਾ ਹੋਇਆ। ਸੋ ਇਸ ਕਰਕੇ ਸੰਵਾਦ ਦੀ ਲੋੜ ਆ ਤੇ ਸਿੱਖਣ ਦੀ ਲੋੜ ਆ। ਸੰਵਾਦ ਕਿਸਾਨ ਜਥੇਬੰਦੀਆਂ ਵਿੱਚ ਅੰਦਰ ਵੀ ਹੈ ਨਹੀਂ, ਮਤਭੇਦਾਂ ਤੇ ਵੀ ਨਹੀਂ ਹੁੰਦਾ, ਤੇ ਤੋੜ ਵਿਛੋੜਾ ਕਰਕੇ ਨਵੀਆਂ ਜਥੇਬੰਦੀਆਂ ਬਣੀ ਜਾਂਦੀਆਂ ਨੇ ਜੀ। ਮਾਲੀ ਸਾਹਿਬ ਸਮਾਂ ਦਿੱਤਾ, ਬਹੁਤ ਮਿਹਰਬਾਨੀ। ਸ਼ੁਕਰੀਆ ਜੀ। ਸਰਦਾਰ ਮਾਲਵਿੰਦਰ ਸਿੰਘ ਮਾਲੀ ਦੇ ਨਾਲ ਤੁਹਾਨੂੰ ਇਹ ਗੱਲਬਾਤ ਕਿਵੇਂ ਦੀ ਲੱਗੀ, ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦੇਣਾ।